ਦੋਸਤੋ मैं कुलविंदर सिंह ਤੇ ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ। ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਅਜਿਹੀਆਂ ਆਈਲੈਟਸ ਦੇ ਕਹਿ ਸਕਦੇ ਆ ਜਾਂ ਐਨਆਰਆਈ ਲਾੜੀਆਂ ਵੱਲੋਂ ਜੋ ਧੋਖੇਬਾਜ਼ੀ ਦੇ ਮਾਮਲੇ ਸਾਹਮਣੇ ਆਏ ਨੇ, ਉਸ ਤੋਂ ਬਾਅਦ ਇਹਨਾਂ ਜੋ ਮਾਮਲਿਆਂ ਦੀ ਗਿਣਤੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ। ਦੋਸਤੋ ਹੁਣ ਤੱਕ ਕੁਝ ਕੁੜੀਆਂ ਵੱਲੋਂ ਆਈਲੈਟਸ ਕਰਕੇ ਆਪਣੇ ਸਹੁਰੇ ਪਰਿਵਾਰ ਦੇ ਪੈਸੇ ਲਵਾ ਕੇ ਬਾਹਰ ਜਾ ਕੇ ਮੁੱਕਰ ਜਾਣ ਦੀਆਂ ਖਬਰਾਂ ਤੁਸੀਂ ਆਮ ਤੌਰ ਤੇ ਸੁਣਦੇ ਰਹੇ ਹੋ ਅਤੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਜੋ ਮਾਮਲਾ ਸਾਹਮਣੇ ਆਇਆ ਸੀ ਲਵਪ੍ਰੀਤ ਸਿੰਘ ਲਾਡੀ ਦਾ, ਜਿਸ ਦਾ ਕਿ ਸੁਸਾਈਡ ਜਿਨ੍ਹਾਂ ਨੇ ਕਰ ਲਿਆ ਸੀ ਇਸੇ ਕਾਰਨ ਕਰਕੇ। ਪਰ ਦੋਸਤੋ ਉੱਥੇ ਹੀ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਕੁੜੀ ਵੱਲੋਂ ਆਸਟ੍ਰੇਲੀਆ ਜਾਣ ਤੋਂ ਬਾਅਦ ਆਪਣੇ ਪਤੀ ਨੂੰ ਬੁਲਾ ਲਿਆ ਜਾਂਦਾ ਹੈ, ਪਰ ਉੱਥੇ ਜਾ ਕੇ ਉਸ ਮੁੰਡੇ ਦੇ ਨਾਲ ਕਿਸ ਤਰ੍ਹਾਂ ਧੋਖਾ ਹੁੰਦਾ ਹੈ ਆਰਥਿਕ ਤੌਰ ਤੇ ਅਤੇ ਉਸ ਦੀ ਜ਼ਿੰਦਗੀ ਦੇ ਨਾਲ ਕਿਸ ਤਰ੍ਹਾਂ ਦਾ ਖਿਲਵਾੜ ਹੋਇਆ, ਉਹ ਅੱਜ ਦੀ ਵੀਡੀਓ ਵਿੱਚ ਤੁਹਾਡੇ ਸਾਹਮਣੇ ਵੱਡੇ ਖੁਲਾਸੇ ਹੋਣਗੇ। ਸੋ ਸਾਰੇ ਦੋਸਤ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਕੈਨੇਡਾ ਦੇ ਵਾਲੇ ਵਕੀਲ ਜੀ ਦੇ ਨਾਂ ਦੇ ਨਾਲ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਅਸ਼ੋਕ ਅਰੋੜਾ ਜੀ ਦਾ, ਜੋ ਕਿ ਲਾ ਸਲਾਹਕਾਰ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਨਾਲ ਹੀ ਸਾਡੇ ਉਹ ਨੌਜਵਾਨ ਵੀ ਮੌਜੂਦ ਹੈ ਜਿਨ੍ਹਾਂ ਜੋ ਕਿ ਇੱਕ ਕਹਿ ਸਕਦੇ ਹਾਂ ਵੱਡੀ ਠੱਗੀ ਦਾ ਸ਼ਿਕਾਰ ਹੋਏ ਨੇ ਤੇ ਜਾਣਦੇ ਆ ਕਿ ਕੀ ਕਹਾਣੀ ਹੈ, ਕਿਸ ਤਰ੍ਹਾਂ ਉਹਨਾਂ ਨੂੰ ਬਾਹਰ ਵੀ ਪਹਿਲਾਂ ਕੁੜੀ ਵੱਲੋਂ ਆਸਟ੍ਰੇਲੀਆ ਬੁਲਾਇਆ ਜਾਂਦਾ ਹੈ ਤੇ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਵਿੱਚ ਫਸਾ ਕੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ, ਉਹਨਾਂ ਦੀ ਆਰਥਿਕਤਾ ਦੇ ਨਾਲ ਖਿਲਵਾੜ ਕੀਤਾ ਗਿਆ। ਸੋ ਸਵਾਗਤ ਕਰਦੇ ਹਾਂ ਜਸਵਿੰਦਰ ਸਿੰਘ ਮਾਨ ਜੀ ਦਾ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਦੱਸੋ ਕੀ ਹੋਇਆ ਸੀ, ਕਿਸ ਤਰ੍ਹਾਂ ਤੁਹਾਡਾ ਵਿਆਹ ਹੋਇਆ, ਸ਼ੁਰੂਆਤ ਕਿਵੇਂ ਹੋਈ ਉਹ ਕੁੜੀ ਦੇ ਨਾਲ, ਕਿੱਦਾਂ ਤੁਹਾਡਾ ਮਤਲਬ ਕਹਿ ਸਕਦੇ ਮੇਲ ਹੋਇਆ? ਹਾਂਜੀ, ਮੇਰੀ ਮੈਰਿਜ ਪੇਪਰ ਮੈਰਿਜ ਸੀ, ਮੈਂ ਨਿਊਜ਼ ਦਿੱਤੀ ਸੀ ਪੇਪਰ ਦੇ ਵਿੱਚ। ਅੱਛਾ ਜੀ। ਤਾਂ ਕਾਫੀ ਫੋਨ ਆਏ। ਉਸ ਤੋਂ ਬਾਅਦ ਮੈਨੂੰ ਜਿੱਥੇ ਮੇਰਾ ਕੁੜੀ ਨਾਲ ਵਿਆਹ ਹੁੰਦਾ, ਕੁਲਵਿੰਦਰ ਕੌਰ ਭੁੱਲਰ ਸ਼੍ਰੀ ਮੁਕਤਸਰ ਸਾਹਿਬ ਦੇ ਲੋਕਲ ਰਹਿਣ ਵਾਲੇ ਸੀਗੇ, ਉਹਨਾਂ ਦਾ ਫੋਨ ਆਇਆ। ਤਾਂ ਉਹਨਾਂ ਨੇ ਐਡਵਾਂਸ ਥਿੰਕਰ ਨਾਮ ਦੀ ਕੰਪਨੀ ਜਿੱਥੋਂ ਆਈਲੈਟਸ ਕੀਤੀ ਸੀ, ਜਿੱਥੋਂ ਸਾਡਾ ਵੀਜ਼ਾ ਲੱਗਦਾ। ਅੱਛਾ ਜੀ। ਤਾਂ ਉਹਨਾਂ ਨੇ ਮੇਰੇ ਨਾਲ ਕੰਟੈਕਟ ਕਰਕੇ ਮੇਰੇ ਨਾਲ ਮਤਲਬ ਮੈਰਿਜ ਹੋਈ। ਸਭ ਕੁਝ ਜਦੋਂ ਸਾਨੂੰ ਪਸੰਦ ਆਇਆ ਉਹਨਾਂ ਨੂੰ ਸਾਡਾ ਵੀ। ਤਾਂ ਉਸ ਤੋਂ ਬਾਅਦ ਮੈਨੂੰ ਉਹ ਲੈ ਗਏ। 3 ਜੁਲਾਈ 2013 ਨੂੰ ਸਾਡੀ ਮੈਰਿਜ ਹੁੰਦੀ ਆ। ਤਾਂ ਅਨਮੈਰਿਡ ਕਰਕੇ ਉਹਨਾਂ ਦੀ ਫਾਈਲ ਲਗਾ ਦਿੱਤੀ ਜਾਂਦੀ ਹੈ, ਬਲਕਿ ਮੇਰੀ ਮੈਰਿਜ ਉਦੋਂ ਹੋ ਚੁੱਕੀ ਸੀ। ਅੱਛਾ, ਮਤਲਬ ਤੁਹਾਡੀ ਮੈਰਿਜ ਪਹਿਲਾਂ ਹੋ ਗਈ ਪਰ ਜਿਹੜੀ ਫਾਈਲ ਲਗਾਈ ਗਈ ਹੈ ਉਹਦੇ ਵਿੱਚ ਕੁੜੀ ਵੱਲੋਂ ਆਪਣੇ ਆਪ ਨੂੰ ਕੁਆਰੀ ਅਨਮੈਰਿਡ ਦੱਸਿਆ? ਹਾਂਜੀ, ਅਨਮੈਰਿਡ ਲਿਖਾ ਦਿੱਤਾ ਗਿਆ। ਪਰ ਮੈਂ ਖੇਤੀਬਾੜੀ ਕਰਦਾ ਸੀ, ਉਸ ਟਾਈਮ ਮੈਨੂੰ ਜ਼ਿਆਦਾ ਨੌਲੇਜ ਨਹੀਂ ਸੀ ਇੱਦਾਂ ਵੀ ਫੋਰਨ ਦਾ ਫਾਈਲ ਲੱਗਦੀ ਹੁੰਦੀ ਹੈ। ਤਾਂ ਉਸ ਤੋਂ ਬਾਅਦ ਜਦੋਂ ਮੈਨੂੰ ਉਹ ਵਾਪਸ ਆਉਂਦੀ ਹੈ ਤਾਂ ਅਸੀਂ ਮੈਰਿਜ ਰਜਿਸਟਰ ਕਰਵਾਉਂਦੇ ਹਾਂ। ਤਾਂ ਕਿੰਨੇ ਸਮੇਂ ਬਾਅਦ ਵਾਪਸ ਆਉਂਦੀ ਹੈ ਜੀ? ਉਹ 5.5 ਮਹੀਨਿਆਂ ਬਾਅਦ ਵਾਪਸ ਆ ਜਾਂਦੀ ਹੈ। ਠੀਕ ਹੈ। ਤਾਂ 26 ਜੂਨ 2014 ਨੂੰ ਮੈਰਿਜ ਰਜਿਸਟਰ ਕਰਵਾ ਕੇ 1 ਮਹੀਨਾ ਮੇਰੇ ਕੋਲ ਫਿਰ ਰਹਿੰਦੀ ਹੈ ਤਾਂ ਫਿਰ ਚਲੀ ਜਾਂਦੀ ਨੇ। ਤਾਂ ਉਸ ਤੋਂ ਬਾਅਦ 2 ਸਾਲ ਬਾਅਦ ਮੇਰਾ ਵੀਜ਼ਾ ਆਉਂਦਾ। ਤਾਂ ਜਦੋਂ ਮੈਂ ਉਹਨਾਂ ਦੇ ਕੋਲ ਜਾਂਦਾ ਤਾਂ ਇੱਕ ਹੀ ਘਰ ਵਿੱਚ ਉਹ ਰਹਿ ਰਹੇ ਹੁੰਦੇ ਨੇ, 2 ਮੁੰਡੇ ਹੁੰਦੇ ਨੇ। ਤਾਂ ਇੱਕ ਮੁੰਡੇ ਨਾਲ ਉਹਨਾਂ ਦੇ ਗਲਤ ਰਿਲੇਸ਼ਨ ਹੁੰਦੇ ਨੇ। ਮਾਫ ਕਰਨਾ ਇੱਥੇ ਤੁਹਾਨੂੰ ਰੋਕਣਾ ਚਾਹਾਂਗਾ ਤਾਂ ਕਿ ਆਡੀਅנס ਨੂੰ ਕਲੀਅਰ ਹੋਈ ਜਾਵੇ ਵੀ ਜਿੱਥੇ ਤੁਹਾਡੀ ਵਾਈਫ ਰਹਿ ਰਹੀ ਸੀ ਉਸੇ ਮਕਾਨ ਦੀ ਬੇਸਮੈਂਟ ਦੇ ਵਿੱਚ ਕੋਈ ਹੋਰ ਮੁੰਡੇ ਪੰਜਾਬੀ ਸੀ, ਕਿਰਾਏ ਤੇ ਰਹਿ ਰਹੇ ਸੀ? ਹਾਂਜੀ ਹਾਂਜੀ, ਕਿਰਾਏ ਤੇ ਸਟੂਡੈਂਟ ਸੀਗੇ, ਬਟ ਪੰਜਾਬੀ ਸੀਗੇ। ਇੱਕ ਮੁੰਡਾ ਪਟਿਆਲੇ ਏਰੀਏ ਦਾ ਗੁਰਜੀਤ ਸਿੰਘ, ਇੱਕ ਅਮਨ ਹੁਸੈਨ ਨਾਂ ਦਾ ਮੁੰਡਾ ਸੀਗਾ ਜੀ, ਗੁਰੂ ਹਰਸਾਏ ਪਿੰਡ ਤੋਂ ਜੀ, ਫਿਰੋਜ਼ਪੁਰ ਦੇ ਲਾਗੇ। ਤਾਂ ਜਿਨ੍ਹਾਂ ਦੇ ਨਾਲ ਮੇਰੀ ਵਾਈਫ ਦੇ ਗਲਤ ਰਿਲੇਸ਼ਨ ਸੀ ਕੁਲਵਿੰਦਰ ਕੌਰ ਭੁੱਲਰ ਦੇ। ਅੱਛਾ ਜੀ। ਤਾਂ ਮੈਨੂੰ ਜਿਵੇਂ ਜਿਵੇਂ ਉੱਥੇ ਰਹਿਣ ਦੇ ਨਾਲ ਪਤਾ ਲੱਗਦਾ ਹੈ ਤਾਂ ਮੈਂ ਉਹਨਾਂ ਦਾ ਵਿਰੋਧ ਕਰਦਾ, ਉਹਨਾਂ ਨੂੰ ਕਾਫੀ ਸਮਝਾਉਣਾ ਵੀ ਹੈ ਪਹਿਲਾਂ ਵੀ ਇੱਦਾਂ ਗਲਤ ਹੁੰਦਾ ਇਹ। ਤਾਂ ਇਹਦੇ ਵਿੱਚ ਇੱਜ਼ਤ ਖਰਾਬ ਹੁੰਦੀ ਆ ਵੀ ਮੈਂ ਇੰਨਾ ਪੈਸਾ ਤੇਰੇ ਤੇ ਲਾਇਆ, ਆਪਣੀ ਮੈਰਿਜ ਹੋਈ ਹੈ। ਬਟ ਉਹ ਮੈਨੂੰ ਹਰ ਵਾਰ ਮੇਰੇ ਮਾਂ ਪਿਓ ਨੂੰ ਵੀ ਤਾਂ ਆਪਣੇ ਪੇਰੈਂਟਸ ਨੂੰ ਵੀ ਗਲਤ ਮਤਲਬ ਮੇਰੇ ਬਾਰੇ ਉਕਸਾ ਦਿੰਦੇ ਸੀਗੇ ਵੀ ਮੈਂ ਹੀ ਗਲਤ ਹਾਂ, ਮੈਨੂੰ ਠਹਿਰਾ ਦਿੰਦੇ ਸੀ। ਤਾਂ ਇੱਕ ਦਿਨ ਮੈਂ ਕੀ ਹੁੰਦਾ, ਕੰਮ ਤੋਂ ਸੁਬਾਹ ਜਦੋਂ ਆਉਣਾ, ਮੇਰੀ ਰਾਤ ਦੀ ਸ਼ਿਫਟ ਹੁੰਦੀ ਹੈ, ਤਾਂ ਗੱਡੀ ਦੇ ਵਿੱਚ ਮੈਂ ਰਾਤ ਨੂੰ ਜਾਣ ਲੱਗਿਆ ਉੱਥੇ ਰਿਕਾਰਡਿੰਗ ਲਾ ਜਾਂਦਾ ਆਪਣੇ ਫੋਨ ਦੇ ਉੱਤੇ। ਤਾਂ ਜਦ ਮੈਂ ਸੁਬਾਹ ਮਤਲਬ ਤੁਸੀਂ ਰਿਕਾਰਡਿੰਗ ਲਗਾ ਕੇ ਕੋਈ ਫੋਨ ਉੱਥੇ ਰੱਖ ਗਏ ਸੀ? ਹਾਂਜੀ, ਫੋਨ ਰੱਖ ਘਰੇ ਆਪਣੇ? ਹਾਂਜੀ, ਕਿਚਨ ਦੇ ਵਿੱਚ। ਤਾਂ ਸੁਬਾਹ ਜਦੋਂ ਮੈਂ ਕੰਮ ਤੋਂ ਆ ਕੇ ਫੋਨ ਚੁੱਕਦਾ ਤਾਂ ਉਹਦੇ ਵਿੱਚ ਗੱਲਾਂ ਬਾਤਾਂ ਸੁਣਦਾ। ਰਿਕਾਰਡਿੰਗ ਦੇ ਵਿੱਚ ਤਾਂ ਉਹ ਅਸ਼ਲੀਲ ਤੌਰ ਤੇ ਗੱਲਾਂ ਕਰ ਰਹੇ ਹੁੰਦੇ, ਤਾਂ ਜਿੱਥੋਂ ਪੂਰਾ ਮਤਲਬ ਇਹ ਪਤਾ ਲੱਗਦਾ ਕਿ ਇਹਨਾਂ ਦੇ ਵਿੱਚ ਕੁਝ ਗਲਤ ਹੈਗਾ। ਤਾਂ ਮੈਂ ਆਪਣੀ ਵਾਈਫ ਸੁੱਤੇ ਪਏ ਹੁੰਦੇ ਉਹਨਾਂ ਨੂੰ ਠਾ ਲੈਂਦਾ ਜਾ ਕੇ, ਤਾਂ ਉਹਨਾਂ ਨੂੰ ਪੁੱਛਦਾ ਤਾਂ ਪਹਿਲਾਂ ਤਾਂ ਉਹ ਨਹੀਂ ਮੰਨਦੇ ਗੇ, ਬਾਅਦ ਵਿੱਚ ਜਦੋਂ ਰਿਕਾਰਡਿੰਗ ਸੁਣਾਉਣਾ ਤਾਂ ਉਹ ਮੰਨ ਜਾਂਦੇ ਆ, ਤਾਂ ਰੋਣ ਲੱਗ ਜਾਂਦੇ ਆ। ਮੈਨੂੰ ਤਾਂ 1.5 ਸਾਲ ਹੋ ਗਿਆ ਇਸ ਮੁੰਡੇ ਦੇ ਨਾਲ ਰਿਲੇਸ਼ਨ ਬਣਾਏ ਹੋਇਆ ਨੂੰ। ਤਾਂ ਫਿਰ ਮੈਨੂੰ ਗੁੱਸਾ ਆਉਂਦਾ ਤਾਂ ਉਹ ਮੁੰਡੇ ਨੂੰ ਵੀ ਮੈਂ ਠਾ ਲੈਂਦਾ ਜਾ ਕੇ, ਤਾਂ ਉਹ ਵੀ ਹੱਸਣ ਲੱਗ ਜਾਂਦਾ ਮੈਨੂੰ ਵੇਖ ਕੇ ਵੀ ਸਾਨੂੰ ਤਾਂ 1.5 ਸਾਲ ਹੋ ਗਿਆ ਇੱਦਾਂ। ਅੱਛਾ ਜੀ। ਜਿਹੜਾ ਮੁੰਡਾ ਨਾਲ ਮਤਲਬ ਹੱਸ ਕੇ ਇੱਕ ਤਰ੍ਹਾਂ ਨਾਲ ਮਜ਼ਾਕ ਉਡਾ ਰਿਹਾ ਸੀਗਾ, ਤੁਹਾਡੇ ਰਿਸ਼ਤੇਦਾਰ ਵੀ ਤੇ ਵੀ ਕਹਿ ਸਕਦੇ ਆ ਕਿ ਤੁਹਾਨੂੰ ਉਕਸਾ ਰਿਹਾ ਸੀ ਕੋਈ ਐਕਸ਼ਨ ਕਰਨ ਵਾਸਤੇ? ਜੀ ਜੀ, ਇੱਦਾਂ ਹੀ ਸੀ ਜੀ। ਪਰ ਮੈਨੂੰ ਉਹਨਾਂ ਦੀ ਸਾਜ਼ਿਸ਼ ਦਾ ਕੁਝ ਪਤਾ ਨਹੀਂ ਸੀਗਾ। ਮੈਂ ਉੱਦਾਂ ਹੀ ਪੰਜਾਬ ਦੇ ਵਿੱਚ ਰਹਿਣ ਕਰਕੇ ਵੀ ਇੱਦਾਂ ਦਾ ਮੇਰਾ ਮਤਲਬ ਗੁੱਸੇ ਵਿੱਚ ਆ ਗਿਆ।
ਤਾਂ ਗੁਰਜੀਤ ਸਿੰਘ ਜੋ ਮੁੰਡਾ ਇੱਕ ਸਾਡੇ ਨਾਲ ਹੋਰ ਰਹਿ ਰਿਹਾ, ਉਹ ਮੈਨੂੰ ਪਾਸੇ ਲੈ ਜਾਂਦਾ ਵੀ ਭਾਜੀ ਤੈਨੂੰ ਫਸਾ ਦੇਣਗੇ, ਤੂੰ ਇੱਦਾਂ ਇੱਥੇ ਕੁਝ ਵੀ ਗਲਤ ਨਾ ਕਰ। ਉਸ ਤੋਂ ਬਾਅਦ ਅਸੀਂ ਜਿੱਥੇ ਮੇਰੀ ਵਾਈਫ ਕੰਮ ਕਰਦੀ ਹੁੰਦੀ ਹੈ, ਇੱਕ ਮਨਜੀਤ ਸਿੰਘ ਨਾਮ ਦਾ ਮਤਲਬ 70-75 ਸਾਲ ਦੇ ਬਜ਼ੁਰਗ ਨੇ, ਅੱਛਾ ਉਹਨਾਂ ਕੋਲ ਕੰਮ ਕਰਦੀ, ਤਾਂ ਮੈਂ ਅੰਕਲ ਨੂੰ ਫੋਨ ਕਰਦਾ ਤਾਂ ਉਹਦੇ ਕੋਲ ਚਲੇ ਜਾਂਦੇ ਆ, ਤਾਂ ਘੰਟਾ ਡੇਢ ਘੰਟਾ ਉਹਨਾਂ ਕੋਲ ਰੁਕਦੇ ਆ, ਤਾਂ ਉਹਨਾਂ ਨੂੰ ਸਾਰੀ ਗੱਲਬਾਤ ਜੋ ਦੱਸਦੇ ਆ, ਤਾਂ ਉਹ ਵੀ ਮੇਰੀ ਵਾਈਫ ਨੂੰ ਕਾਫੀ ਕੁਝ ਕਹਿੰਦੇ ਨੇ, ਲੜਦੇ ਨੇ। ਉਹਨਾਂ ਕੋਲ ਕੌਣ ਗਏ ਸੀ, ਤੁਸੀਂ ਤੇ ਤੁਹਾਡੀ ਵਾਈਫ ਦੋਨੋਂ ਗਏ ਸੀ? ਤੇ ਨਾਲ ਗੁਰਜੀਤ ਸਿੰਘ ਮੁੰਡਾ ਜੀ, ਉਹ ਗੱਡੀ ਚਲਾ। ਅੱਛਾ, ਤੇ ਤੁਸੀਂ ਤੇ ਉਹ ਮੁੰਡਾ ਜਿਹੜਾ ਦੂਸਰਾ ਬੇਸਮੈਂਟ ਹਾਂਜੀ ਤੇ ਕਿਰਾਏ ਤੇ ਗੁਰਜੀਤ ਸਿੰਘ, ਰਹਿੰਦਾ? ਹਾਂਜੀ। ਠੀਕ ਤਾਂ ਹੈ। ਉਹਨਾਂ ਨੂੰ ਸਾਰੀ ਗਾਣੀ ਜਦੋਂ ਪਤਾ ਲੱਗਦੀ ਹੈ ਤਾਂ ਉਹ ਲੜਦੇ ਨੇ ਮੇਰੀ ਵਾਈਫ ਨਾਲ ਵੀ ਤੂੰ ਗਲਤ ਕੀਤਾ ਮੁੰਡੇ ਦੇ ਨਾਲ, ਤੂੰ ਧੋਖਾ ਦਿੱਤਾ ਜਸਵਿੰਦਰ ਸਿੰਘ ਨੂੰ। ਤਾਂ ਉਸ ਟਾਈਮ ਵੀ ਮੇਰੀ ਵਾਈਫ ਰੋਂਦੇ ਰਹਿੰਦੇ ਨੇ। ਫਿਰ ਮੈਂ ਗੁੱਸੇ ਵਿੱਚ ਆ ਕੇ ਆਪਣੇ ਪੇਰੈਂਟਸ ਨੂੰ ਵੀ ਦੱਸ ਦਿੰਦਾ, ਤਾਂ ਆਪਣੇ ਸਹੁਰਾ ਪਰਿਵਾਰ ਨੂੰ ਵੀ ਦੱਸ ਦਿੰਦਾ ਸਾਰੀ ਗੱਲ ਵੀ ਇੱਦਾਂ ਕੀਤੀ ਨੇ ਮੇਰੇ ਨਾਲ। ਤਾਂ ਉਹ ਵੀ ਲੜਦੇ ਨੇ ਸਾਰੇ। ਉਸ ਟਾਈਮ ਤਾਂ ਮੈਨੂੰ ਕਹਿੰਦੇ ਨੇ ਵੀ ਮੇਰੀਆਂ ਮਿਹਨਤਾਂ ਕਰਦੇ ਨੇ, ਤੂੰ ਅੱਗੇ ਨਾ ਦੱਸ ਕਿਸੇ ਨੂੰ। ਤਾਂ ਉਸ ਤੋਂ ਬਾਅਦ ਵਾਪਸ ਆ ਜਾਂਦੇ ਆ। ਜਦੋਂ ਵਾਪਸ ਆਉਂਦੇ ਆ ਤਾਂ ਮੇਰੀ ਵਾਈਫ ਬਾਥਰੂਮ ਕਰਨ ਚਲੀ ਜਾਂਦੀ ਹੈ, ਤਾਂ ਉਹ ਮੁੰਡਾ ਮੈਨੂੰ ਦੇਖ ਕੇ ਫਿਰ ਹੱਸ ਪੈਂਦਾ। ਤਾਂ ਮੈਨੂੰ ਗੁੱਸਾ ਆਉਂਦਾ ਜਦੋਂ ਮੈਂ ਮਤਲਬ ਅਸੀਂ ਹੱਥੋਂ ਪਾਈ ਹੋ ਜਾਂਦੇ ਆ, ਤਾਂ ਉੱਥੇ ਇੱਕ ਚਾਕੂ ਪਿਆ ਹੁੰਦਾ ਤੇ ਉਹ ਇੱਦਾਂ ਮੈਂ ਜਦੋਂ ਘੁਮਾਉਣਾ ਤਾਂ ਉਹਦੇ ਉੱਤੇ ਬਾਂਹ 'ਤੇ ਲੱਗ ਜਾਂਦਾ। ਤਾਂ ਉਸੇ ਟਾਈਮ ਹੀ ਬਸ ਉਹਨਾਂ ਨੂੰ ਤਾਂ ਗਿਣੀ ਮਿਣੀ ਸਾਜ਼ਿਸ਼ ਹੁੰਦੀ ਹੈ ਵੀ ਸਾਡੇ 'ਤੇ ਕੋਈ ਅਟੈਕ ਕਰੇ। ਤਾਂ ਮੇਰੀ ਵਾਈਫ ਪੁਲਿਸ ਨੂੰ ਫੋਨ ਕਰਕੇ ਸੱਦ ਲੈਂਦੀ ਆ, ਤਾਂ ਮੈਨੂੰ ਅਰੈਸਟ ਕਰਵਾ ਦਿੰਦੀ ਹੈ। ਤੁਹਾਨੂੰ ਮਤਲਬ ਕਿਵੇਂ ਜ਼ਿਆਦਾ ਸ਼ਿਓਰਟੀ ਹੋਈ ਵੀ ਉਹਨਾਂ ਦੇ ਵਿੱਚ ਗਲਤ ਰਿਲੇਸ਼ਨ ਆ? ਹੋ ਸਕਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਮਜ਼ਾਕ ਉਡਾ ਰਿਹਾ ਸੀ, ਹੋ ਸਕਦਾ ਕੋਈ ਫਰੈਂਕ ਵਗੈਰਾ ਕਰਦੇ ਹੋਣ ਜਾਂ ਕੋਈ ਇਦਾਂ ਦਾ ਰਿਸ਼ਤਾ ਨਾ ਹੋਵੇ। ਤੁਹਾਨੂੰ ਮਤਲਬ ਪੱਕਾ ਕਿਵੇਂ ਪਤਾ ਲੱਗਿਆ ਵੀ ਉਹਨਾਂ ਦੇ ਵਿੱਚ ਗਲਤ ਹਾਂਜੀ, ਰਿਲੇਸ਼ਨ? ਰਿਕਾਰਡਿੰਗ ਦੇ ਵਿੱਚ ਅਸ਼ਲੀਲ ਗੱਲਾਂ ਕਰ ਰਹੇ ਨੇ ਦੋਨੋਂ ਜਣੇ। ਤਾਂ ਉਸ ਵਿੱਚ ਜਦੋਂ ਮੈਂ ਆਪਣੀ ਵਾਈਫ ਨੂੰ ਰਿਕਾਰਡਿੰਗ ਸੁਣਾਉਣਾ ਤਾਂ ਉਹ ਮੇਰੇ ਕੋਲੇ ਮੰਨ ਜਾਂਦੇ ਨੇ ਵੀ। ਉਸ ਤੋਂ ਬਾਅਦ ਪੁਲਿਸ ਕੋਲ ਜਾ ਕੇ ਜਦੋਂ ਪੁਲਿਸ ਮੈਨੂੰ ਅਰੈਸਟ ਕਰ ਲੈਂਦੀ ਹੈ, ਤਾਂ ਪੁਲਿਸ ਕੋਲ ਜਾ ਕੇ ਅਮਨ ਹੁਸੈਨ ਨਾਂ ਦਾ ਮੁੰਡਾ ਵੀ ਆਪਣੇ ਪੂਰੇ ਬਿਆਨ ਲਿਖਾਉਂਦਾ ਵੀ ਸਾਡੇ 1.5 ਸਾਲ ਤੋਂ ਰਿਲੇਸ਼ਨ ਸੀਗੇ। ਤਾਂ ਮੇਰੀ ਵਾਈਫ ਕੁਲਵਿੰਦਰ ਕੌਰ ਭੁੱਲਰ ਵੀ ਪੂਰੇ ਆਪਣੇ ਬਿਆਨ ਲਿਖਾਉਂਦੀ ਵੀ ਸਾਡੇ ਰਿਲੇਸ਼ਨ ਸੀਗੇ, ਮੇਰੀਆਂ ਫੀਸਾਂ ਜੋ ਸਹੁਰਾ ਪਰਿਵਾਰ ਨੇ ਭਰੀਆਂ, ਸਾਰੇ ਉਹਨਾਂ ਦੇ ਬਿਆਨ ਹੈ। ਜੋ ਗੁਰਜੀਤ ਸਿੰਘ ਸਾਡੇ ਨਾਲ ਰਹਿ ਰਹੇ ਸੀ, ਉਸਨੇ ਵੀ ਕਿਹਾ ਵੀ ਮੇਰੇ ਅੱਖੀਂ ਮੈਂ ਦੇਖਿਆ, ਇਹਦੀ ਵਾਈਫ ਮੰਨ ਗਈ ਸੀ, ਮੁੰਡਾ ਵੀ ਉਹ ਮੰਨ ਗਿਆ ਸੀਗਾ। ਤਾਂ ਇਹ ਦੋਨੇ ਜਾਣੇ ਸਾਡੇ ਮੇਰੇ ਸਾਹਮਣੇ ਮੰਨੇ ਆ, ਉਹਦੇ ਵੀ ਪੂਰੇ ਬਿਆਨ ਨੇ ਜੋ ਪੁਲਿਸ ਸਟੇਸ਼ਨ ਤੋਂ ਮਤਲਬ ਲੈ ਲਈ ਸੀਗੇ ਅਸੀਂ। ਤਾਂ ਹੁਣ ਜਦੋਂ ਮੈਂ ਉਸ ਤੋਂ ਬਾਅਦ ਜੋਗਿੰਦਰ ਵਾਸੀ ਦੇ ਸ਼ੋਅ 'ਤੇ ਮੈਂ ਵੀਡੀਓ ਵੀ ਪਾਈਆਂ ਆਪਣੀਆਂ, ਤਾਂ ਮੇਰੇ ਨਾਲ ਇੱਦਾਂ ਫਰੋਡ ਹੋਇਆ, ਮੈਨੂੰ ਇਨਸਾਫ ਮਿਲਣਾ ਚਾਹੀਦਾ। ਕਿਉਂਕਿ ਜਿਹੜੀ ਮੇਰੀ ਸਾਜ਼ਿਸ਼ ਸੀ, ਇੰਡੀਆ ਤੋਂ ਮੈਨੂੰ ਬੁਲਾ ਵੀ ਲੈਂਦੇ ਨੇ ਅਤੇ ਉੱਥੇ ਜਾ ਕੇ ਮੈਨੂੰ ਰਿਪੋਰਟ ਵੀ ਕਰਵਾ ਦਿੰਦੇ ਨੇ। ਤਾਂ ਉਸ ਤੋਂ ਬਾਅਦ ਫਿਰ ਉਸ ਮੁੰਡੇ ਨੂੰ ਵੀ ਅਮਨ ਹੁਸੈਨ ਨੂੰ ਵੀ ਛੱਡ ਕੇ ਇੱਕ ਤੀਸਰੇ ਮੁੰਡੇ ਨਾਲ ਮੈਰਿਜ ਕਰਵਾਉਂਦੀ ਹੈ। ਅੱਛਾ, ਮਤਲਬ ਜਿਹਦੇ ਨਾਲ ਰਿਲੇਸ਼ਨ ਸੀ ਉਹਨੂੰ ਵੀ ਛੱਡ ਦਿੰਦੀ ਹੈ? ਹਾਂਜੀ, ਉਹਨਾਂ ਨੂੰ ਛੱਡ ਦਿੰਦੇ ਨਾ। ਜਗਮੋਹਨ ਸਿੰਘ ਨਾਂ ਦਾ ਮੁੰਡਾ ਹੀ ਜੈਤੋ ਮੰਡੀ ਕੋਲ ਉਹਦਾ ਪਿੰਡ ਆ ਬਚਲੰਦੀ, ਉੱਥੋਂ ਦੇ ਮੁੰਡੇ ਨਾਲ ਮੈਰਿਜ ਕਰਾਉਂਦੇ ਨੇ। ਤਾਂ ਉਸ ਮੁੰਡੇ ਦਾ ਅਸੀਂ ਪਤਾ ਕੀਤਾ ਜੀ, 3 ਵਿਆਹ ਉਹਨਾਂ ਦੇ ਪਹਿਲਾਂ ਹੋ ਚੁੱਕੇ ਤੇ ਚੌਥਾ ਵਿਆਹ ਇਹਦੇ ਨਾਲ ਕਰਵਾਇਆ ਸੀ। ਅੱਛਾ ਜੀ। ਹਾਂਜੀ, ਤਾਂ ਉਹ ਮੁੰਡਾ ਸਾਈਪ੍ਰਸ ਅਤੇ ਯੂਕੇ ਤੋਂ ਡਿਪੋਰਟ ਹੋਇਆ ਵਾ। ਤਾਂ ਉਹਦੀ ਇਨਫੋਰਮੇਸ਼ਨ ਪੂਰੀ ਸਾਨੂੰ ਮਿਲ ਚੁੱਕੀ ਆ। ਉਹਦੇ ਪਿੰਡ ਵਾਲੇ ਵੀ ਮਤਲਬ ਦੋਸਤ ਨੂੰ ਕਹਿੰਦੇ ਵੀ ਠੀਕ ਨਹੀਂ। ਤਾਂ ਫਿਰ ਮੈਂ ਆਪਣੇ ਇੱਧਰ ਜਦੋਂ ਮੈਨੂੰ ਰਿਪੋਰਟ ਕਰ ਦਿੰਦੇ ਨੇ, ਆਪਣੇ ਸਹੁਰਾ ਪਰਿਵਾਰ ਨਾਲ ਬਹੁਤ ਗੱਲਬਾਤ ਕਰਦਾ, ਮਿਹਨਤਾਂ ਵੀ ਕਰਦੇ ਨੇ ਮੇਰੇ ਪੇਰੈਂਟਸ ਜਾ ਕੇ ਉਹਨਾਂ ਦੀਆਂ, ਪਰ ਉਹ ਮੰਨਦੇ ਨਹੀਂ। ਅਤੇ ਫਿਰ ਮਤਲਬ ਕੋਈ ਸਾਡਾ ਸਮਝੌਤਾ ਨਹੀਂ ਹੋਇਆ, ਨਾ ਹੀ ਮੇਰੇ ਤੋਂ ਡਿਵੋਰਸ ਲਿਆ ਉਹਨਾਂ ਨੇ। ਤਾਂ ਉਹਨਾਂ ਦੇ ਨਾਲ ਮੈਰਿਜ ਕਰਵਾ ਲਈ। ਤਾਂ ਜੋਗਿੰਦਰ ਵਾਸੀ ਦੇ ਸ਼ੋਅ ਦੇ ਵਿੱਚ ਮੈਂ ਆਪਣੀ ਸਟੋਰੀ ਲਾਈ ਸੀਗੀ। ਤਾਂ ਉਸ ਤੋਂ ਬਾਅਦ ਮੈਨੂੰ ਕਾਫੀ ਮਤਲਬ ਵੀ ਆਏ ਲੋਕਾਂ ਦੇ ਸਵਾਲ ਪੁੱਛੇ ਗਏ? ਹਾਂਜੀ, ਸਵਾਲ ਪੁੱਛੇ ਗਏ। ਤਾਂ ਉਹਨਾਂ ਨੂੰ ਵੀ ਲੱਗਿਆ ਵੀ ਬਹੁਤ ਜ਼ਿਆਦਾ ਮਤਲਬ ਧੱਕਾ ਹੋਇਆ ਮੇਰੇ ਨਾਲ। ਤੇ ਦਰਸ਼ਕੋ, ਤੁਸੀਂ ਹੁਣ ਤੱਕ ਸੁਣੀ ਚੁੱਕੇ ਹੋ ਕਿਸ ਤਰ੍ਹਾਂ ਇਸ ਨੌਜਵਾਨ ਨੂੰ ਪਹਿਲਾਂ ਬੁਲਾਇਆ ਗਿਆ, ਫਾਈਨੈਂਸ਼ਲੀ ਤੌਰ ਤੇ ਵੀ ਨੁਕਸਾਨ ਕੀਤਾ ਗਿਆ। ਤੇ ਭਾਈ ਇੱਥੇ ਇੱਕ ਸਵਾਲ ਕਰਨਾ ਚਾਹੂੰਗਾ ਕਿ ਜਿਵੇਂ ਤੁਹਾਡੀ ਵਾਈਫ ਉੱਧਰ ਗਈ ਹੈ ਨਾ, ਉਹਦੇ ਗਲਤ ਰਿਲੇਸ਼ਨ ਕਿਸੇ ਨੌਜਵਾਨ ਦੇ ਨਾਲ ਬਣਦੇ ਨੇ, ਕੀ ਤੁਹਾਨੂੰ ਬੁਲਾਉਣ ਦੇ ਵਿੱਚ ਵੀ ਪਹਿਲਾਂ ਕੋਈ ਆਨਾਕਾਨੀ ਵਗੈਰਾ ਕੀਤੀ ਗਈ ਉਹਨਾਂ ਕੋਲ? ਕਿਉਂਕਿ ਹੁਣ ਤੱਕ ਜਿੰਨੇ ਕਿ ਸਾਹਮਣੇ ਆਏ ਨੇ, ਇਸ ਤਰ੍ਹਾਂ ਦੇ ਕੁੜੀਆਂ ਬੁਲਾਉਣ ਤੇ ਕਾਫੀ ਗਲਤ ਤਰੀਕੇ ਦੇ ਨਾਲ ਮਤਲਬ ਕੋਈ ਪੇਪਰ ਸਹੀ ਨਹੀਂ ਲਗਾਉਂਦੀਆਂ ਜਾਂ ਪੇਪਰਾਂ ਦੇ ਵਿੱਚ ਗਲਤੀ ਕਰ ਦਿੰਦੀਆਂ ਨੇ ਵੀ ਉੱਧਰ ਨਾ ਆਉਣ। ਉਸ ਤਰ੍ਹਾਂ ਦਾ ਵੀ ਕੋਈ ਕੇਸ ਹੋਇਆ ਤੁਹਾਡੇ ਨਾਲ ਵੀ ਬੁਲਾਉਣ ਦੇ ਵਿੱਚ ਤੁਹਾਨੂੰ ਆਨਾਕਾਨੀ ਕੀਤੀ ਹੋਵੇ? ਜਦੋਂ ਮੇਰੀ ਫਾਈਲ ਲੱਗਦੀ ਹੈ ਜੀ, ਪਹਿਲੀ ਵਾਰ ਮੇਰੀ ਫਾਈਲ ਰਿਜੈਕਟ ਹੋ ਜਾਂਦੀ ਹੈ। 7 ਮਹੀਨਿਆਂ ਬਾਅਦ ਮੇਰਾ ਰਿਜ਼ਲਟ ਆਉਂਦਾ, ਤਾਂ ਫਾਈਲ ਰਿਜੈਕਟ ਹੋ ਜਾਂਦੀ ਹੈ। ਉਸ ਤੋਂ ਬਾਅਦ ਫਿਰ ਦੂਸਰੀ ਵਾਰ ਫਾਈਲ ਲਾਈ ਜਾਂਦੀ ਹੈ, ਤਾਂ 9 ਮਹੀਨਿਆਂ ਬਾਅਦ ਮੇਰਾ ਵੀਜ਼ਾ ਫਿਰ ਅੱਗੇ 9 ਮਹੀਨੇ ਹੋਰ ਪੈ ਕੇ ਵੀਜ਼ਾ ਆਉਂਦਾ। ਬਟ ਮੈਨੂੰ ਨਹੀਂ ਪਤਾ ਵੀ ਉਹਨੇ ਗਲਤੀ ਕੀਤੀ ਸੀ ਕੋਈ ਜਾਂ ਕਿਵੇਂ ਸੀ ਇੱਦਾਂ। ਤਾਂ ਇਹ ਪਹਿਲੀ ਵਾਰ ਮੇਰੀ ਫਾਈਲ ਰਿਜੈਕਟ ਹੋਈ, ਦੂਸਰੀ ਵਾਰ ਵੀਜ਼ਾ। ਤੁਹਾਡੇ ਨਾਲ ਆਸਟ੍ਰੇਲੀਆ ਜਾਣ ਤੋਂ ਬਾਅਦ ਜਿਸ ਤਰ੍ਹਾਂ ਦਾ ਤੁਸੀਂ ਦੱਸਿਆ ਵੀ ਪਹਿਲੀ ਵਾਰ ਤੁਸੀਂ ਉਹਨਾਂ ਨੂੰ ਫੜਿਆ ਨਾ, ਸ਼ੱਕ ਹੋਇਆ ਤੁਹਾਨੂੰ, ਤੇ ਉਸ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਜਿਹੜਾ ਤੁਹਾਡੇ ਦੁਆਰਾ ਉਸ ਨੌਜਵਾਨ ਤੇ ਹਮਲਾ ਕੀਤਾ ਗਿਆ,
ਕਿ ਉਹ ਪ੍ਰੀ ਪਲਾਨਡ ਕੋਈ ਸੀਗਾ ਜਾਂ ਫਿਰ ਤੁਹਾਨੂੰ ਜਾਣਬੁੱਝ ਕੇ ਉਕਸਾਇਆ ਗਿਆ ਸੀ, ਕੋਈ ਇਸ ਤਰ੍ਹਾਂ ਦੀ ਉਹਨਾਂ ਦੀ ਪਹਿਲਾਂ ਤੋਂ ਹੀ ਮਨਸ਼ਾ ਸੀ ਕਿ ਤੁਸੀਂ ਇਸ ਤਰ੍ਹਾਂ ਦਾ ਕੁਝ ਇਲੀਗਲ ਕੰਮ ਕਰੋ, ਕੋਈ ਐਕਸ਼ਨ ਕਰੋ? ਕਿਉਂਕਿ ਆਮ ਤੌਰ ਤੇ ਸਾਰਿਆਂ ਨੂੰ ਪਤਾ ਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਇਹ ਹੁੰਦਾ, ਜੇਕਰ ਇਸ ਤਰ੍ਹਾਂ ਦਾ ਕੋਈ ਕਿਸੇ ਬਗਾਨੇ ਨਾਲ ਵੀ ਹੁੰਦਾ ਤਾਂ ਉਹ ਜਰ ਨਹੀਂ ਸਕਦੇ ਉੱਥੇ ਦੇਖ ਕੇ। ਵੀ ਤੁਹਾਨੂੰ ਲੱਗਦਾ ਵੀ ਇਹ ਜਾਣਬੁੱਝ ਕੇ ਪਹਿਲਾਂ ਇੱਕ ਗੇਮ ਬਣਾਈ ਗਈ ਸੀ ਕਿ ਤੁਹਾਨੂੰ ਉਹਦੇ ਵਿੱਚ ਫਸਾਇਆ ਗਿਆ ਸਾਰਾ, ਜਿਹੜਾ ਤੁਹਾਡੇ ਵੱਲੋਂ ਉਸ ਨੌਜਵਾਨ ਦੇ ਨਾਲ ਲੜਾਈ ਝਗੜਾ ਕੀਤਾ ਗਿਆ? ਹਾਂਜੀ, ਲੱਗਦਾ ਜਿਵੇਂ ਉਹ ਰਿਕਾਰਡਿੰਗ ਸੁਣੀ ਤਾਂ ਉਹਦੇ ਵਿੱਚ ਹੱਸ ਕੇ ਗੱਲਾਂ ਕਰ ਰਹੇ ਨੇ, ਮਤਲਬ ਫਿਜ਼ੀਕਲ 6 ਵੇ ਤੇ ਸਾਰੀ ਗੱਲ ਹੁੰਦੀ ਆ। ਤਾਂ ਮੈਨੂੰ ਲੱਗਦਾ ਵੀ ਜਿਵੇਂ ਮੇਰੇ ਸਾਹਮਣੇ ਉਹ ਹੱਸੇ, ਉਹਨਾਂ ਨੇ ਕੋਈ ਮੈਥੋਂ ਮਾਫੀ ਸੌਰੀ ਨਹੀਂ ਮੰਗੀ ਵੀ ਇੱਦਾਂ ਸੀ ਗਲਤ ਰਿਲੇਸ਼ਨ ਨੇ। ਮਤਲਬ ਵੀ ਉਹ ਮੁੰਡਾ ਤਾਂ ਹੱਸ ਕੇ ਗੱਲਾਂ ਕਰ ਰਿਹਾ ਸੀਗਾ ਵੀ ਸਾਡੇ 1.5 ਸਾਲ ਤੋਂ ਬੱਚੇ ਰਹੇ ਨੇ ਭਾਜੀ, ਤੁਹਾਨੂੰ ਪਾਗਲ ਬਣਾ ਰਹੇ ਸੀਗੇ ਇੱਦਾਂ। ਤੇ ਕਹਿੰਦਾ ਮੈਨੂੰ ਭਾਜੀ ਸੀਗਾ ਜੀ, ਅਮਨ ਸਿੰਘ ਨਾਲ ਮੇਰੀ ਰਿਲੇਸ਼ਨ ਸੀਗੇ। ਮੇਰੀ ਵਾਈਫ ਨੂੰ ਦੀਦੀ ਕਹਿੰਦਾ ਹੁੰਦਾ ਸੀਗਾ, ਮਤਲਬ ਭੈਣ ਭਰਾ ਦਾ ਰਿਸ਼ਤਾ ਮੇਰੇ ਸਾਹਮਣੇ ਉਹ ਪ੍ਰੂਵ ਕਰਦੇ ਸੀ ਅਸੀਂ ਭੈਣ ਭਰਾ। ਮੇਰੇ ਸਾਹਮਣੇ ਰੱਖੜੀ ਦਾ ਤਿਉਹਾਰ ਵੀ ਉੱਥੇ ਮੈਂ ਜਦੋਂ ਰਹਿੰਦਾ ਸੀ ਆਇਆ ਸੀਗਾ, ਤਾਂ ਰੱਖੜੀ ਦਾ ਤਿਉਹਾਰ ਤੇ ਮੇਰੀ ਵਾਈਫ ਦੀ ਰੱਖੜੀ ਵੀ ਬੰਨੀ ਹੋਈ ਮੇਰੀ ਵਾਈਫ ਨੇ ਉਸ 'ਤੇ। ਤਾਂ ਮੈਨੂੰ ਇਹ ਪ੍ਰੂਵ ਕਰਦੇ ਸੀ ਵੀ ਅਸੀਂ ਭੈਣ ਭਰਾ। ਬਟ ਉਸ ਟਾਈਮ 'ਤੇ ਜਦੋਂ ਲੜਾਈ ਹੁੰਦੀ ਹੈ ਤਾਂ ਉਹ ਹੱਸਣ ਲੱਗ ਗਏ, ਤਾਂ ਗੁੱਸੇ ਵਿੱਚ ਆ ਕੇ ਮੈਨੂੰ ਉਹਦੇ ਮਤਲਬ ਸੱਟ ਲੱਗ ਗਈ ਸੀਗੀ। ਮੈਨੂੰ ਨਹੀਂ ਪਤਾ ਵੀ ਉਹਨਾਂ ਦੀ ਲੱਗਦਾ ਹੈ ਵੀ ਉਹਨਾਂ ਦੀ ਇੱਕ ਮਿਲੀ ਜੁਲੀ ਮਤਲਬ ਸੀਗੀ ਵੀ ਸਾਜ਼ਿਸ਼। ਵੀ ਤੁਹਾਨੂੰ ਡਿਪੋਰਟ ਕਰਾਉਣ ਦੇ? ਹਾਂ, ਡਿਪੋਰਟ ਕਰਾਉਣ ਦੇ ਵਿੱਚ, ਕਿਉਂਕਿ ਜਿੰਨਾ ਟਾਈਮ ਮੇਰੀ ਇਸ ਦੇ ਮਤਲਬ ਜ਼ਮਾਨਤ ਨਹੀਂ ਹੋਈ ਤਾਂ ਮੇਰੇ ਘਰ ਵਾਲੇ ਨਾਲ ਵੀ ਗੱਲ ਕਰਦੇ ਰਹੇ, ਤਾਂ ਸਾਰਿਆਂ ਨਾਲ ਉਹਨਾਂ ਨੂੰ ਪਤਾ ਸੀ ਇਹਨੂੰ ਕੈਦ ਹੋ ਜਾਣੀ ਹੈ, ਰਹੂਗਾ ਤਾਂ ਅੰਦਰ, ਮਤਲਬ ਸੱਚੇ ਹੁੰਦੇ ਰਹੇ। ਤਾਂ ਜਦੋਂ ਮੇਰੀ ਜ਼ਮਾਨਤ ਹੋ ਗਈ ਉਸ ਤੋਂ ਬਾਅਦ ਮਤਲਬ ਉਹ ਕੋਈ ਗੱਲ ਕਰਨੀ ਉਹਨਾਂ ਨੇ ਬੰਦ ਕਰਤੀ, ਸਾਰੇ ਮੇਰੇ ਨਾਲ ਵੀ ਤੇ ਮੇਰੇ ਮਾਂ ਪਿਓ ਨਾਲ ਵੀ ਜਿਹਦੇ ਨਾਲ ਗੱਲ ਕੀਤੀ। ਜਦੋਂ ਇਹ ਸਾਰਾ ਲੜਾਈ ਝਗੜਾ ਹੋਇਆ ਤੁਸੀਂ ਜੇਲ੍ਹ ਜਾਂਦੇ ਹੋ, ਉੱਥੇ ਜੇਲ੍ਹ ਵੀ ਪਤਾ ਲੱਗਿਆ ਵੀ 10 ਤੋਂ 11 ਮਹੀਨੇ ਤੁਹਾਨੂੰ ਜੇਲ੍ਹ ਵੀ ਉੱਥੇ ਰਹਿਣਾ ਪਿਆ। ਤੁਹਾਡੇ ਪਰਿਵਾਰ ਨੂੰ ਕੀ ਦੱਸਿਆ ਸੀ ਵੀ ਕੀ ਘਟਨਾ ਹੋਈ ਹੈ, ਕਿਉਂ ਜੇਲ੍ਹ ਗਏ ਨੇ? ਝੂਠ ਬੋਲ ਦਿੰਦੇ ਸੀਗੇ ਜੀ। ਹੁਣ ਜਦੋਂ ਮੈਂ ਵੀਡੀਓ ਪਾਈਆਂ ਤਾਂ ਮੇਰੇ ਸਹੁਰੇ ਨੇ, ਜਿਹੜੇ ਕੁਲਵਿੰਦਰ ਕੌਰ ਭੁੱਲਰ ਦਾ ਡੈਡੀ ਹੈ ਕੁਲਦੀਪ ਸਿੰਘ ਜੀ, ਤਾਂ ਉਸਨੇ ਮੇਰੇ ਤੇ ਕੇਸ ਕੀਤਾ ਹੋਇਆ ਹੈ ਮੁਕਤਸਰ ਦੇ ਵਿੱਚ ਮਾਨਹਾਨੀ ਦਾ ਵੀ ਸਾਡੇ ਖਿਲਾਫ। ਮੈਂ ਇਹਦਾ ਸਹੁਰਾ ਨਹੀਂ, ਮੇਰੀ ਕੁੜੀ ਹੈ ਜਿਹੜੀ, ਇਹਦੀ ਘਰ ਵਾਲੀ ਨਹੀਂ, ਸਾਡਾ ਇਹਦੇ ਨਾਲ ਨਿਬੜ ਚੁੱਕਿਆ ਸਾਰਾ ਸਭ ਕੁਝ। ਮਤਲਬ ਤੁਹਾਡਾ ਤਲਾਕ ਹੋ ਚੁੱਕਿਆ? ਨਹੀਂ, ਬਿਲਕੁਲ ਨਹੀਂ ਜੀ, ਕੋਈ ਪੇਪਰ ਨਹੀਂ। ਫਿਰ ਉਹ ਕਿਉਂ ਕਹਿ ਰਹੇ ਨੇ? ਪਤਾ ਨਹੀਂ ਜੀ, ਉਹ ਝੂਠ ਬੋਲ ਰਹੇ ਨੇ। ਉਸ ਟਾਈਮ ਵੀ ਝੂਠ ਬੋਲਿਆ ਕਿ ਜੀ ਇਹ ਮੁੰਡਾ ਤਾਂ ਉੱਥੇ ਦਾਰੂ ਪੀਂਦਾ ਸੀਗਾ ਤੇ ਆਪਣੇ ਯਾਰਾਂ ਦੋਸਤਾਂ ਨੂੰ ਬੁਲਾ ਕੇ ਉੱਥੇ ਅਯਾਸ਼ੀਆਂ ਕਰਦਾ ਸੀਗਾ, ਤੇ ਮੇਰੀ ਕੁੜੀ ਨੇ ਕਿਹਾ ਵੀ ਮੈਥੋਂ ਇੰਨੇ ਜਾਣਿਆਂ ਦੀ ਰੋਟੀ ਨਹੀਂ ਬਣਦੀ ਗੀ, ਤੂੰ ਕੰਮ ਨਹੀਂ ਜਾਂਦਾ। ਪਰ ਇੱਦਾਂ ਨਹੀਂ ਜੀ, ਜਦੋਂ ਮੈਂ ਕੰਮ ਤੋਂ ਆਉਂਦਾ ਫਿਰ ਹੀ ਮੈਨੂੰ ਪਤਾ ਲੱਗਦਾ ਹੈ। ਮੈਂ ਉੱਥੇ ਕੰਮ 'ਤੇ ਹਰ ਰੋਜ਼ ਡੇਲੀ ਜਾਂਦਾ ਸੀਗਾ, ਤੇ ਰਿਕਾਰਡਿੰਗ ਦੇ ਵਿੱਚ ਤਾਂ ਜੋ ਬਿਆਨ ਨੇ ਉਹਦੇ ਵਿੱਚ ਵੀ ਸਾਰੇ ਮੇਰੇ ਕੋਲ ਨੇ ਜੀ, ਪ੍ਰੂਫ ਜੋ ਹੈਗੇ ਨੇ। ਤਾਂ ਕੁਲਵਿੰਦਰ ਕੌਰ ਭੁੱਲਰ ਮੇਰੀ ਵਾਈਫ ਖੁਦ ਮੰਨੀ ਹੈ ਜੀ, ਤਾਂ ਸਾਰਾ ਕੁਝ ਉਹਨੇ ਪ੍ਰੂਫ ਕੀਤਾ ਵੀ ਮੇਰੇ ਇੱਦਾਂ ਰਿਲੇਸ਼ਨ ਸੀਗੇ 1.5 ਸਾਲ ਤੋਂ। ਤਾਂ ਇਹਨੂੰ ਜਦੋਂ ਪਤਾ ਲੱਗਦਾ ਕਿ ਲੜਾਈ ਹੁੰਦੀ ਸੀ ਇੱਥੇ। ਤੇ ਸਾਡੇ ਸਾਹਮਣੇ ਪੇਪਰ ਦੇਖ ਰਹੇ ਨੇ ਕਿ ਤੁਸੀਂ ਆਉਣ ਤੋਂ ਬਾਅਦ 'ਚ ਕੋਈ ਕੰਪਲੇਂਟ ਵਗੈਰਾ ਵੀ ਕੀਤੀ ਹੈ ਫਿਰ ਇੱਧਰ ਹੀ? ਹਾਂਜੀ, ਨਹੀਂ, ਇੱਧਰ ਮੈਂ ਵੀਡੀਓ ਪਾਈਆਂ ਸੀਗੀਆਂ ਜੀ, ਕਿਉਂਕਿ ਉਸ ਤੋਂ ਬਾਅਦ ਮੈਂ ਲੇਟ ਇਸ ਕਰਕੇ ਹੋ ਗਿਆ ਜੀ, ਬਹੁਤ ਟਾਈਮ ਮੈਂ ਬਿਮਾਰ ਰਿਹਾ ਜੀ, 2-2.5 ਸਾਲ ਇੱਥੇ ਆ ਕੇ ਬਿਮਾਰ ਰਿਹਾ। ਮੇਰੇ ਮੰਮਾ ਜੀ ਬਿਮਾਰ ਨੇ, ਹੁਣ ਵੀ ਬਿਮਾਰ ਨੇ ਜੀ, ਉਹਨਾਂ ਦਾ ਇਲਾਜ ਕਰਾਉਂਦੇ ਰਹੇ। ਮੇਰੇ ਪਾਪਾ ਜੀ ਬਿਮਾਰ ਰਹਿਣ ਲੱਗ ਗਏ ਸੀਗੇ, ਤੇ ਇਸ ਦਾ ਕਰਕੇ ਮੈਂ ਇੰਨਾ ਜ਼ਿਆਦਾ ਲੇਟ ਹੋ ਗਿਆ ਜੀ। ਉਸ ਤੋਂ ਬਾਅਦ ਮੇਰੇ ਫਰੈਂਡ ਸਰਕਲ ਸੀਗਾ ਜੀ, ਆਸਟ੍ਰੇਲੀਆ ਵਿੱਚ ਵੀ ਸੀਗੇ ਜੀ, ਕੈਨੇਡਾ ਵਿੱਚ ਵੀ ਸੀਗੇ। ਤਾਂ ਇੱਕ ਮੈਂ ਲਵਪ੍ਰੀਤ ਲਾਡੀ ਵੀਰਾ ਜੋ ਖੁਦਕੁਸ਼ੀ ਕਰ ਗਿਆ ਸੀ ਬਿਆਨ ਕੇਸ ਦੇ ਮਾਮਲੇ ਵਿੱਚ, ਤਾਂ ਉਸ ਦੀ ਵੀਡੀਓ ਦੇਖੀਆਂ, ਉਹਨਾਂ ਦੇ ਪਰਿਵਾਰ ਨੂੰ ਮਿਲੇ, ਤਾਂ ਮੈਨੂੰ ਵੀ ਲੱਗਾ ਜੀ ਮੇਰਾ ਵੀ ਕੁਝ ਬਣ ਸਕਦਾ ਜੀ, ਮੇਰੇ ਨਾਲ ਇੰਨਾ ਵੱਡਾ ਧੋਖਾ ਹੋਇਆ, ਫਰਾਡ ਹੋਇਆ, ਮੈਨੂੰ ਵੀ ਇਨਸਾਫ ਮਿਲਣਾ ਚਾਹੀਦਾ। ਤਾਂ ਉੱਥੋਂ ਮੈਂ ਆ ਕੇ ਮਤਲਬ ਇੱਦਾਂ ਆਪਣੀ ਵੀ ਸਟੋਰੀ ਲਾਈ ਨਿਊਜ਼ਪੇਪਰਾਂ ਦੇ ਵਿੱਚ, ਤਾਂ ਟੀਵੀ ਦੇ ਵਿੱਚ। ਤਾਂ ਸਰ ਅਸ਼ੋਕ ਅਰੋੜਾ ਜੀ ਜੋ ਮਤਲਬ ਲਵਪ੍ਰੀਤ ਲਾਡੀ ਦਾ ਜੋ ਕੇਸ ਲੜ ਰਹੇ ਨੇ, ਉਹਨਾਂ ਨੂੰ ਮਿਲਿਆ, ਆਪਣੇ ਡਾਕੂਮੈਂਟ ਦਿਖਾਏ, ਤਾਂ ਉਸਨੂੰ ਸੱਚ ਤੇ ਝੂਠ ਦਾ ਪਤਾ ਲੱਗਿਆ। ਤਾਂ ਉਹੀ ਮੇਰਾ ਕੇਸ ਮਤਲਬ ਹੈਂਡਲ ਕਰ ਰਹੇ ਨੇ ਸਾਰਾ। ਤੋ ਸਾਡੇ ਨਾਲ ਇਮੀਗ੍ਰੇਸ਼ਨ ਲਾ ਸਲਾਹਕਾਰ ਅਸ਼ੋਕ ਅਰੋੜਾ ਜੀ ਵੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਜਿਵੇਂ ਤੁਸੀਂ ਬੇਅੰਤ ਕੌਰ ਬਾਜਵਾ ਦੇ ਕੇਸ ਦੇ ਵਿੱਚ ਵੀ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰ ਦੀ ਪੈਰਵਾਈ ਕਰ ਰਹੇ ਹੋ, ਕਾਫੀ ਜ਼ਿਆਦਾ ਮਤਲਬ ਰਿਜ਼ਲਟ ਵੀ ਵਧੀਆ ਸਾਹਮਣੇ ਆਏ ਨੇ। ਹਾਲਾਂਕਿ ਕੇਸ 'ਤੇ ਕੋਈ ਅਸਰ ਨਾ ਪਵੇ ਹਜੇ, ਉਹ ਸਾਰੀ ਗੱਲਬਾਤ ਡਿਸਕਲੋਜ਼ ਨਹੀਂ ਕਰਾਂਗੇ। ਤੇ ਸਰ, ਉਹ ਤੁਸੀਂ ਕੈਨੇਡਾ ਦੇ ਕੇਸ ਦੇਖਦੇ ਸੀ, ਆਸਟ੍ਰੇਲੀਆ ਦਾ ਹੁਣ ਮੈਟਰ ਸਾਹਮਣੇ ਆਇਆ, ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਮਤਲਬ ਕਰੋਗੇ ਕਾਰਵਾਈ ਇਸ ਕੇਸ ਦੇ ਵਿੱਚ? ਕੀ ਹੈਲਪ ਕੀਤੀ ਜਾਵੇਗੀ ਤੁਹਾਡੇ ਵੱਲੋਂ? ਦੇਖੋ, ਜਸਵਿੰਦਰ ਸਿੰਘ ਮਾਨ ਜੀ ਤੁਹਾਡੇ ਨਾਲ ਬੈਠੇ ਨੇ, ਜਿਨ੍ਹਾਂ ਤੁਸੀਂ ਇੰਟਰਵਿਊ ਲਿਆ, ਤੇ ਇਹ ਮੈਨੂੰ ਮਿਲੇ, ਇਹਨਾਂ ਨੇ ਮੈਨੂੰ ਕੰਟੈਕਟ ਕੀਤਾ ਕਿ ਮੇਰੇ ਨਾਲ ਆਇਆ ਹੋਇਆ, ਇਹਨਾਂ ਨੇ ਆਪਣੀ ਸਟੋਰੀ ਦੱਸੀ ਮੈਨੂੰ, ਤੇ ਫਿਰ ਮੈਂ ਇਹਨਾਂ ਨੂੰ ਸਮਝਾਇਆ ਸੀ ਮੈਂ ਜਿਹੜਾ ਕੈਨੇਡਾ 'ਚ ਇਮੀਗ੍ਰੇਸ਼ਨ ਐਡਵਾਈਜ਼ਰ ਹਾਂ, ਲਾਅ ਐਡਵਾਈਜ਼ਰ, ਤੇ ਇਹ ਕਹਿੰਦੇ ਜੀ ਸਾਨੂੰ ਤੁਹਾਡੀ ਹੈਲਪ ਚਾਹੀਦੀ ਹੈ, ਤੇ ਸਾਡੀ
ਕਿਉਂਕਿ ਇਹਨਾਂ ਨੇ ਕਿਹਾ ਵੀ ਆਸਟ੍ਰੇਲੀਆ 'ਚ ਬਹੁਤ ਪੈਸੇ ਮੰਗਦੇ ਨੇ ਵਕੀਲ, ਹਜ਼ਾਰਾਂ ਡਾਲਰ 'ਚ ਮੰਗਦੇ ਨੇ, ਤੇ ਤੁਸੀਂ ਮੇਰੀ ਹੈਲਪ ਕਰ ਸਕਦੇ, ਕਿਉਂਕਿ ਇਹਨਾਂ ਦਾ ਪਹਿਲਾਂ ਹੀ ਇਹ ਕਹਿੰਦੇ 40 ਲੱਖ ਰੁਪਏ ਲੱਗ ਗਿਆ ਤੇ ਮੈਂ ਟੁੱਟ ਚੁੱਕਿਆ, ਮੈਂ ਫਾਈਨੈਂਸ਼ੀਅਲੀ ਬਹੁਤ ਟੁੱਟ ਚੁੱਕਿਆ। ਕਹਿ ਸਕਦੇ ਹਾਂ ਇੱਕ ਤਰ੍ਹਾਂ ਦੀ ਜ਼ਿੰਦਗੀ ਵੀ ਡਿਸਟਰਬ ਹੋ Sorry. ਚੁੱਕੀ ਆ ਉਹਨਾਂ ਦੀ ਉਸ ਕੇਸ ਕਰਕੇ। ਹਾਂ ਵਿਚਾਰੇ ਬਹੁਤ ਡਿਸਟਰਬ ਲੱਗੇ ਮੈਨੂੰ, ਬਹੁਤ ਕਾਫੀ ਹਮਦਰਦੀ ਹੋਈ ਮੈਨੂੰ। ਤੇ ਫਿਰ ਮੈਂ ਸਟੱਡੀ ਕੀਤੀ, ਮੈਂ ਕਿਹਾ ਦੇਖੋ ਮੈਂ ਤੁਹਾਨੂੰ ਗਾਈਡ ਕਰ ਦੂੰਗਾ, ਤੁਸੀਂ ਜਿਹੜੇ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਤੁਸੀਂ ਕਿਸ ਤਰ੍ਹਾਂ ਕੰਪਲੇਂਟ ਕਰ ਸਕਦੇ ਹੋ, ਮੈਂ ਪ੍ਰੋਪਰਲੀ ਤੁਹਾਨੂੰ ਪੇਪਰ ਬਣਾ ਦੂੰਗਾ ਸਾਰੇ ਤੁਸੀਂ, ਕਿਉਂਕਿ ਜਿਹੜੀ ਫਰਾਡ ਜਾਂ ਮਿਸ ਰਿਪਰੈਜ਼ੈਂਟੇਸ਼ਨ ਦੀ ਜਿਹੜੀ ਕੰਪਲੇਂਟ ਹੈ ਕੋਈ ਵੀ ਬੰਦਾ ਪਾ ਸਕਦਾ ਕਿਸੇ ਵੀ ਕੰਟਰੀ 'ਚੋਂ, ਠੀਕ ਹੈ। ਤੁਸੀਂ ਆਪਣੀ ਜਿਹੜੀ ਆਇਡੈਂਟੀਟੀ ਆ ਹਾਈਡ ਵੀ ਰੱਖ ਸਕਦੇ ਹੋ ਜਾਂ ਤੁਸੀਂ ਸ਼ੋਅ ਵੀ ਕਰ ਸਕਦੇ ਹੋ। ਇਹ ਜ਼ਰੂਰੀ ਨਹੀਂ ਕਿ ਕਿਸੇ ਨੂੰ ਉਸੇ ਕੰਟਰੀ ਦਾ ਵਕੀਲ ਹੋਣਾ ਜ਼ਰੂਰੀ ਆ। ਹੁਣ ਮੇਰੇ ਕੋਲ ਨਿਊਜ਼ੀਲੈਂਡ ਦੇ ਕੇਸ ਨੇ, UK ਦੇ ਕੇਸ ਨੇ, ਕੈਨੇਡਾ ਦੇ ਚਲੋ ਹੈਗੇ ਨੇ, ਤੇ ਉਹਨਾਂ ਨੇ ਮੈਨੂੰ ਲੋਕਾਂ ਨੇ ਬਹੁਤ ਜਿਹੜੇ ਦੁਖੀ ਆ ਜਨਤਾ, ਕੁੜੀਆਂ ਮੁੰਡਿਆਂ ਨੇ ਫਰਾਡ ਕੀਤੇ ਨੇ, ਬਾਹਰ ਜਾ ਕੇ ਮੁੱਕਰ ਕੇ ਘਪਲੇ ਕੀਤੇ ਨੇ, ਜਿਵੇਂ ਆਈਲੈਟਸ ਵਾਲੇ ਕੇਸ ਜਿਵੇਂ ਆਪਾਂ ਕਹਿੰਦੇ ਹਾਂ। ਤਾਂ ਮੈਂ ਇਸ ਕੇਸ ਸਟੱਡੀ ਕੀਤਾ ਇਹਨਾਂ ਦਾ, ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਮੈਂ ਇਹਨਾਂ ਦੇ ਕੇਸ ਪੇਪਰ ਸਾਰੇ ਡਾਕੂਮੈਂਟਸ ਜਿਹੜੇ ਚੈੱਕ ਕਰਕੇ ਮੈਂ ਗਲਤੀਆਂ ਕੱਢੀਆਂ ਕੇਸ ਦੇ ਵਿੱਚ ਵੀ। ਇਹਨਾਂ ਦੀ ਜਿਹੜੀ ਵਾਈਫ ਨੇ, ਜਿਹੜੀ ਕੀ ਨਾਮ ਦੱਸਿਆ, ਕੁਲਵਿੰਦਰ ਕੌਰ ਭੁੱਲਰ, ਉਹਨੇ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਆ ਆਸਟ੍ਰੇਲੀਅਨ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਅੱਗੇ। ਉਹ ਕਿਸ ਤਰ੍ਹਾਂ ਕੀਤੀ ਆ ਕਿ ਜਿਹੜੀ ਮੈਰਿਜ ਸੀਗੀ ਉਹ ਹੋਈ ਸੀ 3 ਜੁਲਾਈ 2013 ਨੂੰ। ਇਹਨਾਂ ਦੀ ਐਕਚੁਅਲ ਮੈਰਿਜ ਜੀਵਨ ਮੈਰਿਜ ਪੈਲੇਸ 'ਚ ਹੋਈ ਸੀ। ਇਹਨਾਂ ਦੇ ਪੇਪਰ ਚੈੱਕ ਕੀਤੇ ਨੇ ਤੇ ਗੁਰਦੁਆਰਾ ਸਾਹਿਬ ਦੇ ਸਾਰੇ ਸਰਟੀਫਿਕੇਟ ਹੈਗੇ ਨੇ। ਤੇ ਉਹਨੇ ਜਿਹੜਾ ਜਦੋਂ ਆਸਟ੍ਰੇਲੀਆ ਦਾ ਸਟੱਡੀ ਪਰਮਿਟ ਲਗਾਇਆ ਤਾਂ ਉਹਨੇ ਉੱਥੇ ਸਿੰਗਲ ਸ਼ੋਅ ਕੀਤਾ, ਮੈਰਿਡ ਨਹੀਂ ਸ਼ੋਅ ਕੀਤਾ। ਤੇ ਉਹ ਇੱਕ ਬਹੁਤ ਬੜੀ ਮਿਸ ਰਿਪਰੈਜ਼ੈਂਟੇਸ਼ਨ ਹੈ ਤੇ ਇਹ ਫਰਾਡ ਹੈ ਇਮੀਗ੍ਰੇਸ਼ਨ। ਤੇ ਜਿਹੜੀ ਐਂਟਰੀ ਹੈ ਇਹ ਬਹੁਤ ਗਲਤ ਹੈ, ਜਿਹੜੀ ਐਰਰ ਹੋਈ ਹੈ ਵੀਜ਼ਾ ਆਫਿਸਰ ਕੋਲ ਉੱਥੇ, ਕਿਉਂਕਿ ਉਹਨੇ ਸਿੰਗਲ ਸ਼ੋਅ ਕੀਤਾ, ਆਪਣੇ ਆਪ ਨੂੰ ਮਿਸ ਰਿਪਰੈਜ਼ੈਂਟ ਕੀਤਾ ਉੱਥੇ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਕੋਲ। ਉਹਨੂੰ ਲਿਖਣਾ ਚਾਹੀਦਾ ਸੀ ਮੈਂ ਮੈਰਿਜ ਹਾਂ, ਮੇਰੀ ਮੈਰਿਜ ਹੋ ਚੁੱਕੀ ਹੈ। ਇਹਦਾ ਪਰਪਸ ਇਹ ਸੀਗਾ ਵੀ ਜੇ ਮੈਂ ਸਿੰਗਲ ਜਾਊਂਗੀ, ਇਹਨਾਂ ਨੂੰ ਇਹੀ ਦੱਸਿਆ ਗਿਆ, ਉਹਦੇ ਏਜੰਟ ਨੇ ਦੱਸਿਆ, ਆਪ ਵੀ ਉਹ ਸੋਚਦੀ ਸੀ ਜਿਵੇਂ ਇਹਨਾਂ ਨਾਲ ਮੇਰੀ ਗੱਲਬਾਤ ਹੋਈ ਜਸਵਿੰਦਰ ਸਿੰਘ ਮਾਨ ਜੀ ਨਾਲ, ਕਿ ਜੇ ਮੈਂ ਸਿੰਗਲ ਸ਼ੋਅ ਕਰੂੰਗੀ ਤਾਂ ਮੇਰੇ ਚਾਂਸ ਨੇ ਮੇਰਾ ਵੀਜ਼ਾ ਲੱਗ ਸਕਦਾ ਹੈ। ਤੇ ਪਤਾ ਨਹੀਂ ਉਹਦੇ ਦਿਮਾਗ 'ਚ ਉਸ ਟਾਈਮ ਹੋਰ ਕੀ ਗੱਲਾਂ ਸੀਗੀਆਂ। ਤੇ ਉਹਨੇ ਆਪਣਾ ਐਜ਼ ਏ ਸਿੰਗਲ ਪਰਸਨ ਐਂਟਰੀ ਲਿੱਤੀ ਆਸਟ੍ਰੇਲੀਆ ਦੇ ਵਿੱਚ, ਤੇ ਬਾਅਦ 'ਚ ਆ ਕੇ ਮੈਰਿਜ ਕੀਤੀ, ਆਫੀਸ਼ੀਅਲ ਮੈਰਿਜ ਕਰਕੇ ਰਜਿਸਟਰਡ ਕਰਾਈ ਮੈਰਿਜ 26 ਜੂਨ 2014 ਨੂੰ, ਮਤਲਬ ਕਿ ਤਕਰੀਬਨ 1 ਸਾਲ ਬਾਅਦ ਰਜਿਸਟਰਡ ਹੋਈ ਹੈ। 11 ਕੁ ਮਹੀਨੇ ਬਾਅਦ 3 ਜੁਲਾਈ ਨੂੰ ਵਿਆਹ ਹੋਇਆ, ਤੇ ਆਲਮੋਸਟ 1 ਸਾਲ ਹੋ ਗਿਆ। 1 ਸਾਲ ਬਾਅਦ ਰਜਿਸਟ੍ਰੇਸ਼ਨ ਕਰਵਾਈ ਹੈ ਮੈਰਿਜ ਦੀ, ਪੂਰੀ ਡੇਟ ਵੀ ਉਹ 'ਚ 26 ਜੂਨ 2014 ਲਿਖਾਈ ਹੈ। ਤੇ ਉਹ ਤੋਂ ਬਾਅਦ ਇਹਨਾਂ ਦਾ ਵੀਜ਼ਾ ਅਪਲਾਈ ਕੀਤਾ ਕਿ ਮੇਰਾ ਸਪਾਊਸ ਹੈ, ਐਜ਼ ਏ ਡਿਪੈਂਡੈਂਟ ਸਪਾਊਸ ਜਿਹੜਾ ਵੀਜ਼ਾ ਲੱਗਦਾ ਆਸਟ੍ਰੇਲੀਆ ਦਾ। ਤੇ ਇਹ ਸਾਰੀ ਬਰੀਕੀ ਨਾਲ ਮੈਂ ਜਾਂਚ ਕੀਤੀ, ਕਈ ਦਿਨ ਇਹਨਾਂ ਦੇ ਪੇਪਰ ਸੀ ਉੱਥੋਂ। ਫਿਰ ਮੈਂ ਗਲਤੀ, ਇਹਨਾਂ ਨੂੰ ਵੀ ਪਤਾ ਨਹੀਂ ਸੀ ਵਿਚਾਰਿਆਂ ਨੂੰ ਵੀ ਕੀ ਹੋ ਰਿਹਾ, ਕਿਉਂਕਿ ਇਹ ਤਾਂ ਦੇਖੋ ਪਿੰਡਾਂ 'ਚ ਰਹਿਣ ਵਾਲੇ ਖੇਤੀਬਾੜੀ ਵਾਲੇ ਬੰਦੇ ਨੇ, ਠੀਕ ਹੈ ਨਾ। ਮੈਂ ਫਿਰ ਜਦੋਂ ਜਾਂਚ ਕੀਤੀ ਫਿਰ ਮੈਨੂੰ ਤਾਂ ਪਤਾ ਚੱਲਿਆ ਵੀ ਇੱਥੇ ਗਲਤੀ ਕੀਤੀ ਹੋਈ ਆ ਉਹਨੇ ਕੁੜੀ ਨੇ। ਇੱਕ ਤਾਂ ਇਹਨਾਂ ਜਿਵੇਂ ਦੱਸਿਆ ਆਪਣੀ ਸਟੋਰੀ 'ਚ ਕਿ ਇਹਨਾਂ ਨੂੰ ਪ੍ਰੋਵੋਕ ਕੀਤਾ ਗਿਆ, ਉੱਥੇ ਉਕਸਾਇਆ ਗਿਆ, ਇਹਨਾਂ ਨੂੰ ਬੁਲਾ ਲਿਆ, ਪ੍ਰੀ ਪਲਾਨ ਪਹਿਲਾਂ ਸੀਗਾ ਕਿ ਉਹ ਕਿਸੇ ਬॉयਫ੍ਰੈਂਡ ਨਾਲ ਰਹਿੰਦੀ ਸੀ, ਤੇ ਚਾਹੇ ਉਹ ਡਿਵੋਰਸ ਹੋ ਗਿਆ, ਠੀਕ ਹੈ ਨਾ, ਤੇ ਉਹ ਵੀ 1 ਸਾਈਡਡ ਕਹਿੰਦੇ ਡਿਵੋਰਸ ਹੋਇਆ ਉੱਥੇ ਆਸਟ੍ਰੇਲੀਆ 'ਚ। ਉੱਥੇ ਜਾ ਕੇ ਇਹਨਾਂ ਨੂੰ ਉਕਸਾਇਆ ਗਿਆ, ਜਾਣਬੁੱਝ ਕੇ ਹੱਸਣਾ, ਉਹ ਕਰਨਾ, ਮਿਲਣਾ ਗਿਲਣਾ, ਇੱਕੋ ਘਰ 'ਚ ਮੁੰਡੇ ਨਾਲ ਰਹਿ ਰਹੀ ਹੈ ਆਪਣੇ ਜੋ ਸੋ ਕਾਲਡ ਕਹਿੰਦੇ ਬॉयਫ੍ਰੈਂਡ ਆ। ਤੇ ਉੱਥੇ ਇਹਨਾਂ ਤੋਂ ਕਹਿੰਦੇ ਫਿਰ ਬਹਿਸ ਹੋ ਗਈ, ਲੜਾਈ ਝਗੜਾ ਹੋ ਗਿਆ, ਤੇ ਇਹਨਾਂ ਨੂੰ ਉਹ ਚੀਜ਼ਾਂ ਕਾਨੂੰਨਾਂ ਦਾ ਪਤਾ ਨਹੀਂ ਸੀਗਾ, ਤੇ ਉੱਥੇ ਇਹਨਾਂ ਨੂੰ ਫਿਰ ਉੱਥੋਂ ਡਿਪੋਰਟ ਕਰਵਾਤਾ ਉਹਨਾਂ ਨੇ, ਇਹਨਾਂ ਦੀ ਵਾਈਫ ਨੇ। ਤੇ ਉਸ ਤੋਂ ਬਾਅਦ ਸ਼ਾਇਦ ਮੇਰੇ ਖਿਆਲ ਹੋਰ ਮੈਰਿਜ ਕਰ ਲਈ, ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ। ਤੇ ਉਹ ਜਿਹੜੇ ਪੇਪਰ ਜਿਹੜੇ ਨੇ ਮੈਂ ਪੜ੍ਹੇ, ਤੇ ਉਹਦੇ ਬੇਸ ਦੇ ਉੱਤੇ ਉਹ ਮਿਸ ਰਿਪਰੈਜ਼ੈਂਟੇਸ਼ਨ ਹੈ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ, ਇਹਨਾਂ ਨੂੰ ਪੇਪਰ ਬਣਾਤੇ ਸਾਰੇ ਕੁਝ, ਤੇ ਉੱਥੇ ਸਾਰੇ ਚਲੇ ਜਾਣੇ ਨੇ ਪੇਪਰ, ਜਿਹੜੇ ਜਿਹੜੀ ਅਸੀਂ ਪੇਪਰ ਮੇਲ ਪਾਣੀ ਹੈ ਬਾਈ ਕੋਰੀਅਰ ਅਸੀਂ ਭੇਜਣੇ ਨੇ, ਤੇ ਰਿਟਨ ਜਿਹੜੀ ਅਸੀਂ ਰਿਪੋਰਟ ਕਰ ਚੁੱਕੇ ਹਾਂ। ਤੇ ਉਹਦੇ ਵਿੱਚ ਉਹ ਸਾਰੇ ਫੈਕਟਸ ਲਿਖੇ ਗਏ ਨੇ, ਐਫੀਡੇਵਿਟਸ ਨੇ ਸਾਰੇ, ਜਿਹੜੇ ਪ੍ਰੂਫ ਨੇ, ਠੀਕ ਹੈ। ਤੇ ਕਿਉਂਕਿ ਉਹਨੇ ਜਿਹੜੀ ਧੋਖਾਧੜੀ ਕੀਤੀ ਹੈ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ, ਕਿਉਂਕਿ ਮੈਂ ਦੇਖਿਆ ਜਿਹੜਾ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਬਹੁਤ ਸਖਤ ਹੈ, ਉਹਨਾਂ ਨੂੰ ਥੋੜ੍ਹਾ ਜਿਹਾ ਵੀ ਕੈਨੇਡਾ ਨਾਲੋਂ ਵੀ ਜ਼ਿਆਦਾ ਸਖਤ ਹੈ। ਕਿਉਂਕਿ ਪਿਛਲੇ ਸਾਲ ਵੀ ਅਸੀਂ ਸਾਡੇ ਕੋਲ ਇੱਦਾਂ 2 ਕੇਸ ਆਏ ਸੀ ਮੇਰੇ ਕੋਲ, ਫਿਰ ਉਹਨਾਂ ਨੂੰ ਗਾਈਡ ਕੀਤਾ ਸੀ, ਉਹ ਫਿਰ ਕੁੜੀਆਂ ਜਿਹੜੀਆਂ ਡਿਪੋਰਟ ਹੋਈਆਂ ਨੇ ਉੱਥੋਂ ਆਸਟ੍ਰੇਲੀਆ ਤੋਂ। ਤੇ ਉਹ ਮੈਂ ਦੇਖਿਆ ਬਹੁਤ ਜਲਦੀ ਕੁਇਕ ਐਕਸ਼ਨ ਲੈਂਦੇ ਨੇ ਆਸਟ੍ਰੇਲੀਆ ਵਾਲੇ, ਇਸ ਮਾਮਲੇ 'ਚ ਬਹੁਤ ਜ਼ਿਆਦਾ ਸਖਤ ਨੇ। ਤਾਰੀਫ ਕਰਨੀ ਬਣਦੀ ਹੈ ਆਸਟ੍ਰੇਲੀਆ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਇਸ ਮੈਟਰ 'ਤੇ। ਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਵੀ ਇਨਸਾਫ ਮਿਲੂਗਾ, ਕਿਉਂਕਿ ਜਿਹੜੀ ਚੀਜ਼ ਮੈਂ ਪੜ੍ਹੀ ਹੈ ਪੂਰੀ 100% ਜਿਹੜੀ ਸ਼ੋਰ ਮਿਸਰਿਪਰੈਜ਼ੈਂਟੇਸ਼ਨ ਹੈ, ਜਿਹੜੀ ਧੋਖਾਧੜੀ ਹੈ, ਫਰਾਡ ਹੈ, ਜਿਹੜੇ ਫਾਲਸ ਡਾਕੂਮੈਂਟਸ ਲਗਾਏ ਨੇ ਉਹਨੇ ਮੈਰਿਜ ਦੇ,
ਮੈਰਿਜ ਜਿਹੜੀ 3 ਜੁਲਾਈ 2013 ਨੂੰ ਕੀਤੀ ਤੇ ਸ਼ੋਅ ਕੀਤੀ 26 ਜੂਨ 2014 ਨੂੰ। ਬਾਅਦ 'ਚ ਆ ਕੇ ਮੈਰਿਜ ਕੀਤੀ ਕਿ ਹਾਂਜੀ ਮੈਂ ਮੈਰਿਜ ਕਰਨ ਜਾ ਰਹੀ ਹਾਂ, ਜਦ ਕਿ ਆਲਰੇਡੀ ਮੈਰਿਡ ਸੀ ਤੇ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਉਹਨਾਂ ਸਟੱਡੀ ਪਰਮਿਟ ਲਿਆ ਕੁੜੀ ਨੇ, ਉਹ ਧੋਖਾਧੜੀ ਦੇ ਪੇਪਰ 'ਤੇ ਲਿਆ। ਸੋ ਸਰ ਨੇ ਦੱਸ ਹੀ ਦਿੱਤਾ ਜਿਹੜੀਆਂ ਗਲਤੀਆਂ ਕੀਤੀਆਂ ਨੇ। ਬੇਸ਼ੱਕ ਇੱਧਰਲੇ ਜਿਹੜੇ ਦਰਸ਼ਕ ਨੇ ਸੋਚਦੇ ਹੋਣਗੇ ਵੀ ਝੂਠ ਬੋਲਣਾ ਸ਼ਾਇਦ ਕਾਨੂੰਨ ਦੀ ਨਿਗਾਹ ਦੇ ਵਿੱਚ ਛੋਟੀ ਜਿਹੀ ਗੱਲ ਹੋਵੇ, ਪਰ ਜੋ ਆਸਟ੍ਰੇਲੀਆ ਜਾਂ ਕੈਨੇਡਾ ਦੀ ਗਵਰਨਮੈਂਟ ਆ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਆ, ਉਹਨਾਂ ਦੀ ਨਜ਼ਰ ਦੇ ਵਿੱਚ ਇਹ ਬਹੁਤ ਵੱਡਾ ਗੁਨਾਹ ਹੈਗਾ ਤੇ ਉਹਦੀ ਸਜ਼ਾ ਵੀ ਮਿਲੂਗੀ। ਤੇ ਭਾਜੀ ਇੱਕ ਤੁਹਾਡੇ ਕੋਲ ਸਵਾਲ ਹੈ, ਜਿਵੇਂ ਤੁਸੀਂ ਦੱਸਿਆ ਵੀ ਪਹਿਲੀ ਵਾਰ ਜਦੋਂ ਤੁਸੀਂ ਆਪਣੀ ਵਾਈਫ ਨੂੰ ਕਿਸੇ ਗੈਰ ਮੁੰਡੇ ਦੇ ਨਾਲ ਇਤਰਾਜ਼ਯੋਗ ਹਾਲਤ ਕਹਿ ਸਕਦੇ ਹਾਂ ਜਾਂ ਇਤਰਾਜ਼ਯੋਗ ਰਿਸ਼ਤੇ ਦੇ ਵਿੱਚ ਦੇਖਿਆ, ਤਾਂ ਉਸਨੇ ਆਪਣੀ ਗਲਤੀ ਵੀ ਮੰਨੀ ਤੁਹਾਡੇ ਕੋਲ, ਨਹੀਂ ਤੁਸੀਂ ਦੱਸਿਆ ਵੀ ਰੋ ਕੇ ਵੀ ਮੇਰੇ ਤੋਂ ਗਲਤੀ ਹੋ ਗਈ। ਉਹ ਇਹਨਾਂ ਕੋਲ ਪੇਪਰ ਨੇ, ਪੁਲਿਸ ਦੇ ਅੱਗੇ ਵੀ ਮੰਨੀਆਂ, ਬਿਆਨ ਨੇ ਪੂਰੇ ਇਹਨਾਂ ਕੋਲ, ਠੀਕ, ਪ੍ਰਿੰਟਡ ਠੀਕ। ਪੇਪਰ ਹੈਗੇ ਨੇ, ਰਿਪੋਰਟ ਹੈਗੀ ਹੈ ਪੁਲਿਸ ਦੀ ਇਹਨਾਂ ਕੋਲ। ਸੋ ਇਹਨਾਂ ਕੋਲ ਰਿਪੋਰਟ ਵੀ ਹੈ ਜੀ ਲਿਖਤੀ ਦੇ ਵਿੱਚ, ਪੁਲਿਸ ਦੇ ਸਾਹਮਣੇ ਵੀ ਆਪਣੀ ਗਲਤੀ ਮੰਨੀ ਆ, ਮੁੰਡਾ ਵੀ ਗਲਤੀ ਮੰਨਿਆ। ਕਿ ਉਸ ਤੋਂ ਬਾਅਦ ਤੁਸੀਂ ਆਪਣੀ ਵਾਈਫ ਨੂੰ ਕੋਈ ਇਦਾਂ ਨਹੀਂ ਕਿਹਾ ਵੀ ਆਪਾਂ ਸੈਪਰੇਟ ਕਿਤੇ ਹੋਰ ਰਹਿ ਲੈਂਦੇ ਆ ਜਿੱਥੇ ਉਹ ਮੁੰਡਾ ਨਾ ਰਹਿੰਦਾ ਹੋਵੇ? ਜੀ ਕਿਹਾ ਸੀਗਾ, ਬਟ ਉਸ ਟਾਈਮ ਤੇ ਜਦੋਂ ਹੱਸਣ ਲੱਗੇ ਸੀ, ਬਟ ਅਮਨ ਹੁਸੈਨ ਜਿਹੜਾ ਮੁੰਡਾ ਸੀ ਜਿਹਦੇ ਨਾਲ ਰਿਲੇਸ਼ਨ ਸੀਗੀ, ਉਹ ਹੱਸਣ ਲੱਗ ਗਿਆ। ਤਾਂ ਮੈਨੂੰ ਜਦੋਂ ਉਹਨੇ ਕਿਹਾ ਕਿ ਭਾਜੀ ਅਸੀਂ ਤਾਂ 1.5 ਸਾਲ ਤੋਂ ਇਦਾਂ ਤੁਹਾਨੂੰ ਪਾਗਲ ਬਣਾ ਰਹੇ ਹਾਂ ਵੀ ਭੈਣ ਭਰਾ ਦਾ ਰਿਸ਼ਤਾ ਤਾਂ ਸਾਡਾ ਮਤਲਬ ਤੁਹਾਡੇ ਸਾਹਮਣੇ ਸੀਗਾ, ਮਤਲਬ ਪਰ ਸਾਡੇ ਹੈ ਤਾਂ ਸਰੀਰਕ ਸੰਬੰਧ ਨੇ, ਹੱਸਣ ਲੱਗ ਗਿਆ। ਤਾਂ ਮੈਨੂੰ ਗੁੱਸਾ ਆਇਆ ਜੀ, ਤਾਂ ਗੁੱਸੇ ਵਿੱਚ ਆ, ਕਿਉਂਕਿ ਜਦੋਂ ਮਤਲਬ ਬਾਥਰੂਮ ਕਰਨ ਗਈ ਮੇਰੀ ਵਾਈਫ, ਤਾਂ ਮੈਂ ਵੀ ਉਸ ਟਾਈਮ ਤੇ ਬਾਥਰੂਮ ਕਰਕੇ ਜਦੋਂ ਵਾਪਸ ਆਇਆ ਤਾਂ 5-7 ਮਿੰਟ ਦਾ ਉਹਨਾਂ ਨੂੰ ਟਾਈਮ ਮਿਲ ਗਿਆ ਸੀਗਾ। ਹੋ ਸਕਦਾ ਉਹਨਾਂ ਦੀ ਪਲੈਨਿੰਗ ਪਹਿਲਾਂ ਸੀ ਜਾਂ ਉਸ ਟਾਈਮ ਤੇ ਬਣਾ ਲਈ ਵੀ ਆਪਾਂ ਕੋਈ ਸੱਟ ਮਾਰ ਦਿੰਦੇ ਹਾਂ, ਮਾਰੂਗਾ ਆਪਣੇ ਆਪਾਂ ਫਸਾ ਦਿੰਦੇ ਹਾਂ। ਤਾਂ ਉਸ ਟਾਈਮ ਤੇ ਜਦੋਂ 5-7 ਮਿੰਟ ਦਾ ਟਾਈਮ ਮਿਲ ਗਿਆ, ਪਹਿਲਾਂ ਵੀ ਹੋ ਸਕਦਾ ਪਲੈਨਿੰਗ ਹੋਵੇ ਉਹਨਾਂ ਦੀ ਮੈਨੂੰ ਫਸਾਉਣ ਦੀ, ਤੇ ਮੈਥੋਂ ਉਹ ਜਦੋਂ ਮਤਲਬ ਉਹ ਗਲਤੀ ਹੋ ਗਈ ਜੀ, ਗੁੱਸੇ ਵਿੱਚ ਆ ਕੇ ਉਹਦੇ ਸੱਟ ਲੱਗ ਗਈ ਮੁੰਡੇ ਦੇ ਜਦੋਂ ਹੱਥੋਂ ਪਾਈ ਹੋਈ, ਕਿਉਂਕਿ ਉਹ ਇੱਕ ਡੰਡਾ ਰੱਖੀ ਬੈਠਾ ਸੀ ਆਪਣੇ ਕੋਲੇ ਸੋਫੇ ਦੇ ਨਾਲ। ਅੱਛਾ। ਜੇ ਮੈਂ ਨਹੀਂ ਮਾਰਦਾ, ਮੈਨੂੰ ਇਹ ਸੀਗਾ ਇਹ ਮੇਰੇ ਮਾਰੂਗਾ, ਕਿਉਂਕਿ ਉਹਨੇ ਉਹ ਡੰਡਾ ਚੱਕ ਲਿਆ ਸੀਗਾ ਜਦੋਂ ਮੈਂ ਉਹਦੇ ਵੱਲ ਨੂੰ ਜਾ ਰਿਹਾ ਸੀਗਾ, ਤਾਂ ਮੈਨੂੰ ਸੀ ਇਹ ਮੇਰੇ ਮਾਰੂਗਾ। ਤਾਂ ਮੈਂ ਪਰ ਉਹ ਮਤਲਬ ਉਹਦੀ ਪਲੈਨਿੰਗ ਸੀਗੀ ਵੀ ਜਦੋਂ ਮੈਂ ਉਹਦੇ ਮਾਰ ਦਿੰਦਾ ਤਾਂ ਮੇਰੀ ਵਾਈਫ ਉਸੇ ਟਾਈਮ ਪੁਲਿਸ ਨੂੰ ਫੋਨ ਕਰਦੀ ਹੈ, ਮੈਨੂੰ ਅਰੈਸਟ ਕਰਵਾ। ਪੁਲਿਸ ਦੇ ਵਿੱਚ ਇਹ ਕਹਿੰਦੇ ਆ, ਮੇਰੀ ਵਾਈਫ ਕਹਿੰਦੀ ਹੈ ਕਿ ਕਿਉਂਕਿ ਇਮੀਗ੍ਰੇਸ਼ਨ ਮੈਨੂੰ ਵੀਜ਼ਾ ਵੀ ਦਿੰਦੇ ਸੀਗੇ, ਤਾਂ 10 ਮਹੀਨਿਆਂ ਬਾਅਦ ਜਦੋਂ ਮੈਂ 10 ਮਹੀਨੇ ਅੰਦਰ ਰਹਿਣਾ ਵੀਜ਼ਾ ਦਿੰਦੇ ਸੀਗੇ, ਤਾਂ ਉਸ ਟਾਈਮ ਮੇਰੀ ਵਾਈਫ ਨੇ ਬਿਆਨ ਦਿੱਤੇ, ਕੁਲਵਿੰਦਰ ਕੌਰ ਭੁੱਲਰ ਨੇ ਆਪਣੇ ਮੰਮੀ ਪਾਪਾ ਨਾਲ ਡਿਸਕਸ ਕੀਤੀ। ਤਾਂ ਉਸ ਤੋਂ ਬਾਅਦ ਉੱਤੇ ਬਿਆਨ ਦਿੱਤੇ ਵੀ ਮੈਂ ਨਹੀਂ ਰੱਖਣਾ ਇਸ ਰਿਪੋਰਟ ਕਰਦਾ। ਤਾਂ ਮੈਨੂੰ ਫਿਰ 14 ਮਹੀਨਿਆਂ ਬਾਅਦ ਰਿਪੋਰਟ ਕਰਤਾ, 14 ਮਹੀਨੇ ਮੈਂ ਇਮੀਗ੍ਰੇਸ਼ਨ ਸੈਂਟਰ ਤੇ ਜੇਲ੍ਹ ਦੇ ਵਿੱਚ ਰਿਹਾ। ਉਸ ਤੋਂ ਬਾਅਦ ਫਿਰ ਕਿੱਦਾਂ ਦੀ ਲਾਈਫ ਰਹੀ ਹੈ ਇੱਧਰ ਆਏ, ਕੋਈ ਨਵੀਂ ਲਾਈਫ ਸ਼ੁਰੂ ਕੀਤੀ ਜਾਂ ਕਿਸ ਤਰ੍ਹਾਂ ਇਸੇ ਕੇਸ ਦੇ ਵਿੱਚ ਉਲਝ ਕੇ ਰਹਿ ਗਏ? ਜੀ ਜਦ ਮੈਂ ਇੱਧਰ ਆਇਆ ਤਾਂ ਜੋ ਪੈਸਾ ਮੇਰਾ ਲੱਗਿਆ ਸੀਗਾ ਜੀ, ਆੜ੍ਹਤੀਏ ਤੋਂ ਫੜੇ ਸੀਗੇ, ਲੋਕਾਂ ਤੋਂ ਵਿਆਜ ਤੇ ਲਏ ਸੀਗੇ, ਫੀਸਾਂ ਭਰੀਆਂ ਸੀ, ਟੋਟਲੀ ਫੀਸਾਂ ਭਰ ਚੁੱਕੇ ਸੀਗੇ ਅਸੀਂ 2-2.5 ਸਾਲਾਂ ਬਾਅਦ, 2.5 ਸਾਲ ਹੋ ਗਏ ਸੀ, ਪੂਰੀਆਂ ਫੀਸਾਂ ਭਰੀਆਂ ਗਈਆਂ ਸੀਗੀਆਂ। ਤਾਂ 40 ਲੱਖ ਦੇ ਕਰੀਬ ਉਸ ਟਾਈਮ ਹੋ ਗਿਆ ਸੀਗਾ ਜੀ। 2017 ਦੇ ਵਿੱਚ ਮੈਂ ਵਾਪਸ ਆਉਣਾ, 1 ਜੁਲਾਈ 2017 ਨੂੰ। ਤਾਂ 5 ਕਿੱਲੇ ਜ਼ਮੀਨ ਸੀ ਮੇਰੇ ਕੋਲੇ ਜੀ, ਅਸੀਂ 3 ਬ੍ਰਦਰ ਹਾਂ, 15 ਕਿੱਲੇ ਜ਼ਮੀਨ ਸੀ ਸਾਡੇ ਕੋਲੇ, ਮੇਰੇ ਦੂਜੇ ਬ੍ਰਦਰ ਕੋਲ ਤਾਂ ਹੈਗੀ ਹੈ। ਤਾਂ ਉਹ 5 ਕਿੱਲੇ ਮੇਰੇ ਹਿੱਸੇ ਦੇ ਵੇਚ ਕੇ ਅਸੀਂ ਉਹ ਕਰਜ਼ਾ ਲਾ ਦਿੱਤਾ ਸੀਗਾ, ਤਾਂ ਮੇਰੇ ਕੋਲੇ ਕੋਈ ਵੀ ਜ਼ਮੀਨ ਨਹੀਂ। ਤਾਂ ਫਿਰ ਮੈਂ ਲੋਕਲ ਇੱਥੇ ਆ ਕੇ ਤਾਂ 2 ਸਾਲ ਫਿਰ ਬਿਮਾਰ ਰਿਹਾ ਜੀ, ਬਹੁਤ ਜ਼ਿਆਦਾ। ਮੇਰੇ ਮੰਮਾ ਵੀ ਇਸ ਮੇਰੀ ਕਹਾਣੀ ਕਰਕੇ ਬਹੁਤ ਬਿਮਾਰ ਹੋਏ, ਅੱਜ ਵੀ ਬਿਮਾਰ ਨੇ, ਮੰਜੇ 'ਤੇ ਪਏ ਨੇ ਜੀ। 2 ਸਾਲ ਬਹੁਤ ਜ਼ਿਆਦਾ ਬਿਮਾਰ ਰਿਹਾ, ਪਤਾ ਨਹੀਂ ਲੱਗਦਾ ਸੀਗਾ ਜੀ ਕੀ ਹੋ ਗਿਆ, ਜੋ ਕਿ ਇੱਕ ਮੇਰਾ ਬੀਤਿਆ ਸੀ ਉੱਥੇ ਜਾ ਕੇ ਖੜ ਜਾਂਦਾ ਸੀਗਾ। ਤੇ ਉਸ ਤੋਂ ਬਾਅਦ ਜੀ ਜਦੋਂ ਮੈਂ ਹੌਲੀ ਹੌਲੀ ਆਪਣੇ ਆਪ ਨੂੰ ਦਵਾਈ ਲਈ ਤਾਂ ਸੈੱਟ ਹੋਇਆ। ਫਿਰ ਮੇਰੇ ਫਰੈਂਡਸ ਮੇਰੇ ਨਾਲ ਜੁੜੇ, ਫਿਰ ਲਾਡੀ ਵੀਰੇ ਦਾ ਕੇਸ ਜਦੋਂ ਮੈਂ ਦੇਖਿਆ ਤਾਂ ਫਿਰ ਮੈਨੂੰ ਲੱਗਿਆ ਕਿ ਮੇਰਾ ਕੁਝ ਬਣ ਸਕਦਾ, ਤਾਂ ਫਿਰ ਮੈਂ ਆਪਣਾ ਮਤਲਬ ਇਸ ਕੇਸ ਵਿੱਚ ਆਇਆ। ਜਿਵੇਂ ਤੁਸੀਂ ਦੱਸਿਆ ਕਿ ਜ਼ਮੀਨ ਵੀ ਇਸੇ ਕੇਸ ਕਰਕੇ, ਕੁੜੀ ਕਰਕੇ ਕਹਿ ਸਕਦੇ ਹਾਂ ਸਾਰੀ ਚਲੀ ਗਈ, ਠੀਕ ਹੈ ਜੀ। ਜ਼ਿੰਦਗੀ ਦੇ ਉਹ ਸਾਲ ਵੀ ਚਲੇ ਗਏ, ਪੈਸਾ ਵੀ ਚਲਿਆ ਗਿਆ, ਤੇ ਹੁਣ ਗੁਜ਼ਾਰਾ ਵਗੈਰਾ ਫਿਰ ਕਿਵੇਂ ਚੱਲਦਾ? ਜੀ ਮੈਂ ਲੋਕਲ ਫੈਕਟਰੀ ਦੇ ਵਿੱਚ ਕੰਮ ਕਰਦਾ ਜੀ, ਤੇ ਬਸ ਉਸੇ ਨਾਲ ਹੀ ਜੋ ਵੀ ਪੈਸਾ ਉੱਥੋਂ ਮੈਨੂੰ ਮਿਲਦਾ ਆਪਣੀ ਮੰਮਾ ਦਾ ਇਲਾਜ ਕਰਵਾਉਣਾ ਜਾਂ ਆਪਦਾ ਬਸ। ਬਾਕੀ ਦਰਸ਼ਕ ਜਾਣਦੇ ਨੇ ਕਿਸ ਤਰ੍ਹਾਂ ਉਸ ਕੁੜੀ ਦੇ ਕਰਕੇ ਸਾਰੀ ਲਾਈਫ ਤੁਹਾਡੀ ਡਿਸਟਰਬ ਹੋ ਚੁੱਕੀ ਹੈ। ਕਦੇ ਫ੍ਰੀ ਟਾਈਮ ਸੋਚਦੇ ਹੋ ਜੇ ਉਹ ਨਾ ਮਿਲੀ ਹੁੰਦੀ ਜ਼ਿੰਦਗੀ ਦੇ ਵਿੱਚ, ਨਾ ਹੀ ਹੁੰਦੀ, ਤਾਂ ਅੱਜ ਜ਼ਿੰਦਗੀ ਦਾ ਰੁੱਖ ਕੁਝ ਹੋਰ ਹੁੰਦਾ? ਹਾਂਜੀ ਕਿੱਦਾਂ ਹੋਣਾ ਸੀ, ਕਿਉਂਕਿ 2006 ਦੇ ਵਿੱਚ ਮੈਂ ਦੁਬਈ ਗਿਆ ਸੀ, 4 ਸਾਲ ਮੈਂ ਦੁਬਈ ਰਿਹਾ, ਇਕੱਲਾ ਸੀ, ਸਿੰਗਲ ਸੀਗਾ ਜੀ। ਤਾਂ ਬਹੁਤ ਵਧੀਆ ਉੱਥੇ 4 ਸਾਲ ਰਿਹਾ ਜੀ, ਕੋਈ ਮੈਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਸੀ ਜੀ। ਉੱਥੋਂ ਵੀ ਜੋ ਪੈਸਾ ਕਮਾਇਆ ਸੀਗਾ ਜੀ ਉਹ ਵੀ ਮੈਂ ਹਿੱਸੇ 'ਤੇ ਲਾਤਾ ਸੀਗਾ ਜੀ। ਜਿਹੜੀਆਂ
ਫੀਸਾਂ ਭਰੀਆਂ ਇੱਥੋਂ। ਇਹ ਜਦੋਂ ਪਹਿਲੀ ਵਾਰ ਫਾਈਲ ਆਈ ਮੇਰੀ ਵਾਈਫ ਦੀ ਜੀ, ਇਹਦੇ ਮੈਡੀਕਲ ਦੇ ਵਿੱਚ ਵਾਈਟ ਸਕੋਪ ਆ ਗਈ ਸੀ। ਇਹਦੇ ਵਿੱਚ ਸਟੇਸ਼ਨਾਂ ਤੇ ਰਾਤਾਂ ਵੀ ਕੱਟੀਆਂ ਜੀ। ਮਹੀਨਾ ਚੰਡੀਗੜ੍ਹ, ਕਿਤੇ ਜਲੰਧਰ ਰਹਿਣਾ ਪੈਂਦਾ ਸੀਗਾ ਜਦੋਂ ਮੈਂ ਇਹਦੇ ਨਾਲ ਜਾਂਦਾ ਸੀਗਾ। ਫਿਰ ਵੀ ਇਹਨੇ ਮੇਰੇ ਨਾਲ ਇੱਦਾਂ ਦਾ ਫਰਾਡ ਕੀਤਾ। ਕਦਰ ਨਹੀਂ ਹੋਈ। ਹਾਂਜੀ। ਮਤਲਬ ਕਿ ਇੱਕ ਆਰਗੇਨਾਈਜ਼ਡ ਕੰਟਰਾਈਵਡ ਮੈਰਿਜ ਕਹਿੰਦੇ ਆ ਜਿਹੜੀ ਆ। ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਆਸਟ੍ਰੇਲੀਅਨ ਮਾਈਗ੍ਰੇਸ਼ਨ ਐਕਟ ਹੈ ਉਹਦੇ ਅੰਡਰ ਇਹ ਆਰਗੇਨਾਈਜ਼ ਕੰਟਰੀਵਡ ਮੈਰਿਜ ਬੋਲਦੇ ਆ ਇਹਨੂੰ, ਜਿਹਨੂੰ ਆਪਾਂ ਕੈਨੇਡਾ 'ਚ ਕਹਿੰਦੇ ਮੈਰਿਜ ਆਫ ਕਨਵੀਨੀਅੰਸ। ਤੇ ਉਹਦੇ ਇੱਕ ਮੈਰਿਜ ਸਕੈਮ ਹੋਇਆ ਜਿਵੇਂ ਪਲਾਨ ਸੀਗਾ ਪੂਰਾ ਵੀ ਮੈਂ ਪਹਿਲਾਂ ਜਾਊਂਗੀ ਫਿਰ ਇਹਨਾਂ ਨੂੰ ਬੁਲਾ ਲੂੰਗੀ, ਤੇ ਬੁਲਾ ਤਾਂ ਲਿਆ ਇਹਨਾਂ ਨੂੰ, ਜਾ ਕੇ ਉੱਥੇ ਜਾ ਕੇ ਪੂਰਾ ਪਲਾਨ ਬਣ ਗਿਆ ਕੱਢਣ ਦਾ, ਜੋ ਇਹਨਾਂ ਨੇ ਸਟੋਰੀ ਦੱਸੀ ਹੈ, ਜੋ ਮੈਂ ਡਾਕੂਮੈਂਟਸ ਦੇਖੇ ਨੇ। ਤੇ ਚਲੋ ਉਹਦਾ ਹੋ ਗਿਆ, ਪਰ ਇਹ ਆ ਗਏ ਚਲੋ ਇੰਡੀਆ। ਪਰ ਉਹ ਜਿਹੜੀ ਕੁੜੀ ਆ ਉਹਨੇ ਧੋਖਾਧੜੀ ਕੀਤੀ ਹੈ ਆਸਟ੍ਰੇਲੀਅਨ ਇਮੀਗ੍ਰੇਸ਼ਨ ਜਿਹੜੀ ਹੈ ਐਕਟ ਦੇ ਅੰਡਰ। ਉਹ 'ਤੇ ਐਕਸ਼ਨ ਹੋਣਾ ਚਾਹੀਦਾ, ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹਦੇ ਵੀ ਡੈਪੋਟੇਸ਼ਨ ਦੇ ਆਰਡਰ ਨਿਕਲਣੇ ਚਾਹੀਦੇ ਨੇ। ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਇਹਨਾਂ ਦੀ ਸਟੋਰੀ ਜੇ ਸਾਰੇ ਪੇਪਰ ਇਹਨਾਂ ਲਾ ਕੇ ਮੈਂ ਸਮਝਾਇਆ ਇਹਨਾਂ ਨੂੰ ਤੇ ਭੇਜੇ ਨੇ, ਤਾਂ ਉਹ ਪੂਰੀ ਇਨਵੈਸਟੀਗੇਸ਼ਨ ਕਰਕੇ ਉਹ 'ਤੇ ਕਾਰਵਾਈ ਹੋਊਗੀ। ਇਸ ਵੀਰ ਨੂੰ, ਜਸਵਿੰਦਰ ਸਿੰਘ ਮਾਨ ਜੀ ਨੂੰ ਬਹੁਤ ਜਿਹੜਾ ਇਨਸਾਫ ਮਿਲੂਗਾ। ਮੈਨੂੰ ਹੋਰ ਵੀ ਬਹੁਤ ਕੇਸ ਨੇ ਇਹ ਜਿਹੜੇ ਮੈਂ ਸਟੱਡੀ ਕਰ ਰਿਹਾ, ਮੈਂ ਲੋਕਾਂ ਦੀ ਕੋਸ਼ਿਸ਼ ਕਰ ਰਿਹਾ ਵੀ ਹੈਲਪ ਕਰਾਂ ਵੀ ਇਹਨਾਂ ਨੂੰ ਇਨਸਾਫ ਮਿਲੇ। ਲਵਪ੍ਰੀਤ ਜਿਹੜਾ ਲਾਡੀ ਦਾ ਕੇਸ ਆ, ਉਹ ਕੇਸ 'ਤੇ ਆਉਣ ਤੋਂ ਬਾਅਦ ਇੱਦਾਂ ਇੰਨੇ ਕੇਸ ਜ਼ਿਆਦਾ ਨਿਕਲੇ ਨੇ, 100 ਤੋਂ ਜ਼ਿਆਦਾ ਕੇਸ ਮੇਰੇ ਕੋਲੋਂ ਕੰਟੈਕਟ ਕੀਤਾ ਲੋਕਾਂ ਨੇ। ਮੈਂ ਐਕੂਰੇਟ ਨੰਬਰ ਤਾਂ ਨਹੀਂ ਦੱਸ ਸਕਦਾ, ਹੁਣ ਯਾਦ ਨਹੀਂ ਮੈਨੂੰ, ਵੀ ਸਾਡੇ ਨਾਲ ਧੋਖਾਧੜੀਆਂ ਹੋਈਆਂ। ਐ ਨਹੀਂ ਕਿ ਸਾਰੇ ਕੁੜੀਆਂ ਨੇ ਕੀਤੀਆਂ, ਕੁਛ ਮੁੰਡੇ ਵੀ ਨੇ, ਉਹਨਾਂ ਨੇ ਵੀ ਧੋਖਾਧੜੀਆਂ ਕੀਤੀਆਂ ਨੇ ਉੱਥੇ ਜਾ ਕੇ, ਬਾਹਰ ਜਾ ਕੇ। ਜਿਵੇਂ ਉੱਥੇ ਦੇ ਸਿਟੀਜ਼ਨ ਸੀਗੇ, ਉਹਨਾਂ ਨੇ ਕੁੜੀਆਂ ਨੂੰ ਬੁਲਾਇਆ ਇੱਥੋਂ, ਸੌਰੀ ਮੁੰਡਿਆਂ ਨੇ ਉੱਥੋਂ ਕੁੜੀਆਂ ਨਾਲ ਇੱਥੇ ਮੈਰਿਜ ਕਰਕੇ ਚਲੇ ਗਏ। ਇੱਕ ਮੇਰੇ ਕੋਲ ਹੋਰ ਕੇਸ ਆ, ਮੁਕਤਸਰ ਸਾਹਿਬ ਦਾ ਕੁੜੀ ਆ ਵਿਚਾਰੀ, ਉਹਦੀ ਇੱਕ 12 ਸਾਲ ਦੀ ਕੁੜੀ ਆ, ਉਹ ਮੈਰਿਜ ਕਰਕੇ ਮੁੰਡਾ ਚਲਾ ਗਿਆ ਉੱਥੇ, ਤੇ ਕੁੜੀ ਜੰਮ ਲਈ 1 ਸਾਲ ਬਾਅਦ ਚਲਾ ਗਿਆ। ਉਹ ਮੁੜ ਕੇ ਹੁਣ ਨਾ ਤਾਂ ਕੁੜੀ ਨੂੰ ਬੁਲਾਉਂਦਾ, ਉਹਦੀ ਕੁੜੀ ਵੀ 12 ਸਾਲ ਦੀ ਹੋ ਗਈ ਨਾ ਉਹਨੂੰ ਲੈ ਕੇ ਜਾਂਦਾ। ਉਹ ਡਾਈਵੋਰਸ ਦੇ ਪੇਪਰ ਕਹਿੰਦਾ ਮੈਨੂੰ ਲਿਖ ਕੇ ਦੇ, ਜ਼ਬਰਦਸਤੀ ਨੂੰ ਕਹਿੰਦਾ ਮੈਨੂੰ ਡਿਵੋਰਸ ਲਿਖ ਕੇ ਦੇ ਵੀ ਮੈਂ ਉੱਥੇ ਹੋਰ ਮੈਰਿਜ ਕਰਾਉਣੀ ਆ। ਉਹ ਕਹਿੰਦੀ ਤੂੰ ਹੋਰ ਮੈਰਿਜ ਕਰਾਉਣੀ, ਮੇਰੀ ਜ਼ਿੰਦਗੀ ਖਰਾਬ ਕਰਤੀ, ਤੂੰ ਮੇਰੇ ਕੁੜੀ ਜੰਮਤੀ, ਇੱਥੇ ਮੈਂ ਕੁੜੀ ਨੂੰ ਪਾਲ ਰਹੀ ਹਾਂ। ਇਸ ਦਾ ਤਾਂ ਹੋਰ ਵੀ ਮਤਲਬ ਕਿ ਐਗਜ਼ਾਮਪਲਾਂ ਬਹੁਤ ਨੇ, ਦੁਨੀਆ ਬਹੁਤ ਦੁਖੀ ਹੈ, ਇੱਦਾਂ ਦੇ ਧੋਖਾਧੜੀਆਂ ਤੋਂ ਬਚੋ, ਠੀਕ ਹੈ। ਅਤੇ ਚਲੋ ਨਹੀਂ ਪਤਾ ਹੁੰਦਾ, ਆਪਾਂ ਰਹਿੰਦੇ ਹਾਂ ਪਿੰਡਾਂ 'ਚ, ਰਹਿੰਦੇ ਹਾਂ ਛੋਟੇ ਸ਼ਹਿਰਾਂ 'ਚ ਰਹਿੰਦੇ, ਨਹੀਂ ਪਤਾ ਚੱਲਦਾ ਆਪਾਂ ਨੂੰ, ਧੋਖਾਧੜੀ ਹੋ ਜਾਂਦੀ ਹੈ। ਜੇ ਪਤਾ ਹੋਵੇ ਤਾਂ ਫਿਰ ਧੋਖਾਧੜੀ ਹੋਵੇ ਕਿਉਂ? ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ, ਬਾਹਰ ਜਿਹੜੀ ਤਸਵੀਰ ਜਿਹੜੀ ਆ ਬਦਲ ਜਾਂਦੀ ਆ। ਅਤੇ ਮੇਰੀ ਜਿਹੜੀ ਕੋਸ਼ਿਸ਼ ਇਹ ਹੈ ਵੀ ਇਸ ਵੀਰ ਨੂੰ ਇਨਸਾਫ ਮਿਲੇ। ਆਸਟ੍ਰੇਲੀਅਨ ਡਿਪਾਰਟਮੈਂਟ ਨੂੰ ਜੋ ਮੈਂ ਗਾਈਡ ਕਰਤਾ ਇਹਨਾਂ ਨੂੰ, ਠੀਕ ਹੈ। ਮੈਂ ਆਸਟ੍ਰੇਲੀਅਨ ਇਮੀਗ੍ਰੇਸ਼ਨ ਲਾਅ ਐਡਵਾਈਜ਼ਰ ਤਾਂ ਨਹੀਂ ਹੈਗਾ, ਪਰ ਮੈਂ ਕੋਈ ਵੀ ਬੰਦਾ ਮੈਨੂੰ ਛੱਡ ਕੇ, ਚਾਹੇ ਜ਼ਰੂਰੀ ਨਹੀਂ ਕਿਸੇ ਨੂੰ ਲਾਅ ਐਡਵਾਈਜ਼ਰ ਹੋਣਾ ਜ਼ਰੂਰੀ ਹੈ, ਕਿਸੇ ਵੀ ਕੰਟਰੀ 'ਚ ਕਿਸੇ ਵੀ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕੋਈ ਵੀ ਕੰਪਲੇਂਟ ਕਰ ਸਕਦਾ, ਈਮੇਲ ਕਰ ਸਕਦਾ। ਉਹਨਾਂ ਦੀ ਵੈਬਸਾਈਟ ਬਣੀ ਹੋਈ ਹੈ, ਈਮੇਲ ਆਈਡੀ ਬਣੀ ਹੋਈ ਹੈ। ਤੁਸੀਂ ਜਿਹੜੀ ਮੈਰਿਜ ਫਰਾਡ ਹੈ, ਇਹ ਮੈਰਿਜ ਫਰਾਡ ਦਾ ਕੇਸ ਹੈ ਇਹਨਾਂ ਦਾ, ਜਾਂ ਕੋਈ ਹੋਰ ਡਾਕੂਮੈਂਟੇਸ਼ਨ ਫਰਾਡ ਹੈ, ਤੁਸੀਂ ਕੋਈ ਵੀ ਬੰਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਲਿਖ ਸਕਦਾ। ਉਹਦੇ ਲਈ ਕੋਈ ਤੁਹਾਨੂੰ ਲਾਇਸੈਂਸ ਲੈਣ ਦੀ ਲੋੜ ਨਹੀਂ, ਜਾਂ ਤੁਹਾਨੂੰ ਕਿਸੇ ਵੀ ਜਿਹੜੇ ਦੇਸ਼ ਦਾ ਮਤਲਬ ਕਿ ਰਹਿਣਾ ਜ਼ਰੂਰੀ ਨਹੀਂ ਹੈਗਾ, ਵਾਸੀ ਨਹੀਂ ਹੋਣਾ ਚਾਹੀਦਾ। ਤੁਸੀਂ ਬਾਹਰੋਂ ਕਿਤੋਂ ਵੀ ਜੇ ਤੁਹਾਡੇ ਕੋਲ ਡਾਕੂਮੈਂਟਸ ਨੇ, ਸਟਰੋਂਗ ਪ੍ਰੂਫ ਨੇ, ਤੁਸੀਂ ਲਾ ਸਕਦੇ ਹੋ, ਕਿਸੇ ਦੀ ਸ਼ਿਕਾਇਤ ਕਰ ਸਕਦੇ ਹੋ, ਠੀਕ ਹੈ। ਅਤੇ ਜੇ ਹੋਰ ਵੀ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ, ਜੇ ਕਿਸੇ ਨਾਲ ਧੋਖਾਧੜੀ ਹੋਈ ਹੈ, ਚਾਹੇ ਆਸਟ੍ਰੇਲੀਆ ਤੋਂ ਹੈ, ਨਿਊਜ਼ੀਲੈਂਡ ਤੋਂ ਹੈ, UK ਤੋਂ ਹੈ, USA ਤੋਂ ਹੈ, ਕੈਨੇਡਾ 'ਚੋਂ ਹੈ, ਕਿਸੇ ਨਾਲ ਵੀ ਧੋਖਾਧੜੀ ਹੋਈ ਹੈ, ਤਾਂ ਮੇਰਾ ਨੰਬਰ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਇਹਨਾਂ ਦੀ, ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਮੈਂ ਤੁਹਾਡੀ ਕੋਸ਼ਿਸ਼ ਕਰੂੰਗਾ ਪੂਰੀ ਹੈਲਪ ਕਰਾਂ, ਤੁਹਾਨੂੰ ਇਨਸਾਫ ਦਵਾਇਆ, ਚਾਹੇ ਕੁੜੀਆਂ ਨੇ ਚਾਹੇ ਮੁੰਡਿਆਂ ਨੇ, ਜਿਨ੍ਹਾਂ ਨੇ ਵੀ ਧੋਖੇ ਕੀਤੇ ਨੇ। ਅਤੇ ਇਹਨਾਂ ਨੂੰ ਬੜੀ ਹੋਪ ਆ ਮੇਰੇ ਤੋਂ, ਮੈਂ ਇਹਨਾਂ ਨੂੰ ਸਮਝਾਇਆ ਸਾਰਾ, ਜਿਹੜੇ ਪੁਆਇੰਟਸ ਮੈਂ ਫੜੇ ਨੇ, ਉਹ ਕੁੜੀ ਨੂੰ ਪਤਾ ਹੀ ਨਹੀਂ ਹੋਣਾ, ਵੀ ਕੁੜੀ ਨੂੰ ਤਾਂ ਸ਼ਾਇਦ ਪਤਾ ਹੋਣਾ ਉਹਨੂੰ ਵੀ ਮੈਂ ਧੋਖਾਧੜੀ ਕੀਤਾ, ਪਰ ਉਹਨੂੰ ਇਹ ਨਹੀਂ ਪਤਾ ਸੀ ਵੀ ਕਿਸੇ ਨੇ ਫੜ ਵੀ ਲੈਣੇ ਨੇ ਮੇਰੇ ਪੁਆਇੰਟ। ਇਹ ਇੱਕ ਬਹੁਤ ਬੜਾ ਧੋਖਾ ਹੈ ਜਿਹੜਾ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਬੇਵਕੂਫ ਬਣਾਉਣਾ। ਇਹਨੂੰ ਬਹੁਤ ਵੱਡਾ ਕ੍ਰਾਈਮ ਮੰਨਿਆ ਜਾਂਦਾ। ਬਾਹਰਲੀਆਂ ਕੰਟਰੀਆਂ 'ਚ ਵੀ ਤੁਸੀਂ ਆਪਣਾ ਧੋਖਾਧੜੀ ਵਾਲੇ ਕਾਗਜ਼ ਝੂਠ ਬੋਲ ਕੇ ਐਂਟਰੀ ਲੈਂਦੇ ਹੋ। ਜਿਹੜਾ ਸਟੱਡੀ ਪਰਮਿਟ ਜਿਵੇਂ ਦੱਸਿਆ ਪਹਿਲਾਂ ਵੀ ਉਹਦਾ ਧੋਖਾਧੜੀ ਨਾਲ ਐਂਟਰੀ ਲੈ ਕੇ ਹੋਇਆ, ਸਿੰਗਲ ਲਿਖਿਆ ਜਦ ਕਿ ਉਹ ਮੈਰਿਡ ਸੀਗੀ। ਇਹ ਬਹੁਤ ਵੱਡਾ ਫਰਾਡ ਹੈ ਅਤੇ ਉਹਦਾ ਡੈਪੋਟੇਸ਼ਨ ਬਣਨਾ ਹੀ ਬਣਨਾ ਹੈ ਦੇਰ ਸਵੇਰ। ਸੋ ਸਰ, ਤੁਸੀਂ ਸਾਰੀ ਜਾਣਕਾਰੀ ਦਿੱਤੀ, ਪਰ ਉੱਥੇ ਹੀ ਆਪਾਂ ਸਰਕਾਰਾਂ ਦਾ ਫੇਲੀਅਰ ਕਹਿ ਲਈਏ, ਸਿਸਟਮ ਫੇਲੀਅਰ ਕਹਿ ਲਈਏ, ਕਿ ਇੱਕ ਪੰਜਾਬ ਦੀ ਤਰਾਸਦੀ ਰਹੀ ਹੈ ਕਿ ਇੰਨੇ ਵੱਡੇ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ। ਉਹਨਾਂ ਨੌਜਵਾਨਾਂ ਨੂੰ ਕੀ ਮਤਲਬ ਕੁਝ ਟਿਪਸ ਵਗੈਰਾ, ਕੁਝ ਸਲਾਹ ਦੇਣੀ ਚਾਹੋਗੇ, ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਸਿਸਟਮ ਨਾਲ ਮੈਰਿਜ ਕਰਵਾ ਕੇ ਜਾਂ ਬਾਹਰ ਜਾਣ ਦੀ ਤਿਆਰੀ ਦੇ ਵਿੱਚ ਨੇ, ਜਾਂ ਕੁਝ ਕਰ ਰਹੇ ਨੇ, ਕਿ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਕਿਉਂਕਿ ਇੱਕ ਬਹੁਤ ਵੱਡਾ ਮੁੱਦਾ ਇਹ ਵੀ ਇਸ ਵੇਲੇ ਜੀ ਦੱਸਣਾ ਗਾਈਡ ਕਰਨਾ। ਦੇਖੋ, ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਜਿਵੇਂ ਲਵਪ੍ਰੀਤ ਲਾਡੀ ਸੀਗਾ ਕੇਸ, ਠੀਕ ਹੈ। ਇਹ ਫੀਸ ਇਹਨਾਂ ਨੇ ਭਰੀ ਸੀ ਸਾਰੀ ਕਾਲਜ ਦੀ, ਠੀਕ ਹੈ। ਇਹਨਾਂ ਕੋਲੋਂ ਜਿਹੜੀ ਬੈਂਕ ਦੀ ਸਟੇਟਮੈਂਟ ਸੀਗੀ। ਹੁਣ ਜਸਵਿੰਦਰ ਸਿੰਘ ਮਾਨ ਜੀ ਬੈਠੇ ਹੈ, ਇਹਨਾਂ ਦੀ ਵੀ ਫੀਸ ਇਹਨਾਂ ਨੇ, ਜਿਹੜੀ ਕੁੜੀ ਸੀ ਕੁਲਵਿੰਦਰ ਕੌਰ ਭੁੱਲਰ ਦੀ ਐਕਸ ਵਾਈਫ, ਉਹਦੀ ਫੀਸ ਵੀ ਇਹਨਾਂ ਨੇ ਭਰੀ।
ਬੈਂਕ ਦੇ ਥਰੂ ਐਂਟਰੀਆਂ, ਮੈਂ ਸਾਰੀਆਂ ਐਂਟਰੀਆਂ ਚੈੱਕ ਕੀਤੀਆਂ, ਬੈਂਕ ਸਟੇਟਮੈਂਟ ਮੰਗਾਈ ਇਹਨਾਂ ਤੋਂ ਮੈਂ, ਤੇ ਉਹਦੇ 'ਚ ਸਾਰੀਆਂ ਐਂਟਰੀਆਂ ਸ਼ੋਅ ਹੋ ਰਹੀਆਂ ਨੇ ਕਿ ਉਹ ਜਿਹੜੀ ਫੀਸ ਵਿਆਹ ਤੋਂ ਪਹਿਲਾਂ ਉਹ ਇੱਕ ਮੈਰਿਜ ਫਰਾਡ ਮੰਨਿਆ ਜਾਂਦਾ। ਜਿਹੜੀ ਬਾਹਰਲੀਆਂ ਕੰਟਰੀਆਂ 'ਚ ਇਹ ਬਹੁਤ ਬੜਾ ਕ੍ਰਾਈਮ ਹੈ ਮੈਰਿਜ ਫਰਾਡ ਕਰਨਾ, ਵੀ ਆਪਾਂ ਐਂਟਰੀ ਲੈਣੀ ਸਿਰਫ ਵੀਜ਼ਾ ਲੈਣ ਲਈ, ਇਮੀਗ੍ਰੇਸ਼ਨ ਗੇਨ ਕਰਨ ਲਈ ਆਪਾਂ ਵਿਆਹ ਕਰਾਉਣਾ। ਇਹ ਮੈਰਿਜ ਆਫ ਕਨਵੀਨੀਅੰਸ ਦੇ ਕੇਸ ਨੇ। ਜੇ ਹੁਣ ਮੁੰਡੇ ਕੁੜੀਆਂ ਕੋਈ ਵਿਆਹ ਕਰਾਉਂਦੇ ਨੇ ਤਾਂ ਤੁਸੀਂ ਅੱਛੇ ਰਿਲੇਸ਼ਨ ਰੱਖੋ। ਪਹਿਲੀ ਗੱਲ ਤਾਂ ਮੈਂ ਕਹੂੰਗਾ ਵੀ ਕਿ ਤੁਸੀਂ ਆਪਣੇ ਪ੍ਰੂਫ ਰੱਖੋ ਪੂਰੇ, ਐਫੀਡੇਵਿਟ ਲਓ, ਬਲੈਂਕ ਚੈੱਕ ਲੈ ਲਓ, ਤੇ ਤੁਸੀਂ ਉਹਦੇ ਕੈਸ਼ ਨਾ ਦਿਓ। ਕੋਈ ਵੀ ਤੁਸੀਂ ਫੀਸ ਜਮ੍ਹਾਂ ਕਰਾਉਂਦੇ ਹੋ ਕੈਸ਼ ਨਾ ਦਿਓ, ਤੁਸੀਂ ਬੈਂਕ ਦੇ ਥਰੂ ਐਂਟਰੀ ਕਰੋ ਤਾਂ ਕਿ ਤੁਹਾਡੇ ਕੋਲ ਪ੍ਰੂਫ ਹੋਵੇ, ਠੀਕ ਹੈ। ਤੇ ਜਿਹੜੀ ਫਾਈਲ ਆ ਤੁਸੀਂ ਕੁੜੀ ਜਾਂ ਮੁੰਡੇ ਦੀ ਜਿਹੜਾ ਵੀ ਜਾਂਦਾ ਵਾ ਆਪਣੇ ਕੋਲ ਰੱਖੋ, ਵੀਜ਼ਾ ਸਟਿੱਕਰ, ਵੀਜ਼ਾ ਜਿਹੜਾ ਲੈਟਰ ਹੈ, ਜੋ ਵੀ ਕੁਛ ਹੈ, ਸਾਰੀ ਜਿਹੜੀ ਸਟੱਡੀ ਪਰਮਿਟ ਦੀ ਫਾਈਲ ਹੈ, ਕੋਈ ਵੀ ਫਾਈਲ ਹੈ ਤੁਹਾਡੇ ਕੋਲ ਹੋਣੀ ਚਾਹੀਦੀ। ਹੁਣ ਕਈ ਮੇਰੇ ਕੋਲ ਕੇਸ ਆਏ ਨੇ ਕਿ ਉਹਨਾਂ ਕੋਲੋਂ ਕੁੜੀਆਂ ਗਈਆਂ ਨੇ, ਉਹਨਾਂ ਦਾ ਵੀਜ਼ਾ ਨੰਬਰ ਹੀ ਨਹੀਂ ਪਤਾ, ਵੀਜ਼ਾ ਕਦੋਂ ਗਿਆ, ਕੀ ਕਿ ਸਾਨੂੰ ਕਹਿੰਦੇ ਬਸ ਚਲੇ ਗਈ, ਸਾਡੇ ਕੋਲ ਪਾਸਪੋਰਟ ਦੀ ਤੱਕ ਦੀ ਕਾਪੀ ਵੀ ਨਹੀਂ ਹੈਗੀ। ਤੇ ਉਹਦੇ 'ਚ ਸਾਨੂੰ ਜਿਹੜਾ ਫਾਈਟ ਕਰਨਾ ਔਖਾ ਹੋ ਜਾਂਦਾ, ਉਹਦੀ ਆਇਡੈਂਟੀਟੀ ਕੱਢਣਾ, ਬਾਹਰਲੇ ਮੁਲਕ 'ਚ ਜਾ ਕੇ ਵੀ ਪਤਾ ਕਰਨਾ ਵੀ ਕਿੱਥੇ ਰਹਿ ਰਹੀ ਹੈ, ਕੌਣ ਹੈ, ਕੀ ਹੈ। ਸਾਡੇ ਕੋਲ ਪਾਸਪੋਰਟ ਨੰਬਰ ਵਗੈਰਾ ਹੋਣਾ ਚਾਹੀਦਾ, ਤੇ ਜਿਹੜੀ ਸਟੱਡੀ ਪਰਮਿਟ ਦੀ ਫਾਈਲ ਆ ਉਹਦੀ ਕਾਪੀਜ਼ ਹੋਣੀਆਂ ਚਾਹੀਦੀਆਂ ਸਾਡੇ ਕੋਲੋਂ। ਤੇ ਇਸ ਤੋਂ ਇਲਾਵਾ ਮੈਂ ਇਹੀ ਸਲਾਹ ਦਊਂਗਾ ਵੀ ਜਿਹੜੇ ਕੁੜੀਆਂ ਮੁੰਡੇ, ਮੈਂ ਇਹਨੂੰ ਚਾਹੇ ਸਲਾਹ ਸਮਝ ਲਓ ਚਾਹੇ ਵਾਰਨਿੰਗ ਸਮਝ ਲਓ, ਵੀ ਤੁਹਾਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਮੰਨ ਲਓ ਤੁਸੀਂ ਕਿਸੇ ਨੇ ਤੁਹਾਡੇ ਤੇ ਪੈਸੇ ਲੈਣੇ, ਤੁਸੀਂ ਮੈਰਿਜ ਰਿਲੇਸ਼ਨਸ਼ਿਪ ਕੀਤੀ ਆ, ਤੁਸੀਂ ਉਹਨੂੰ ਬੁਲਾਓ ਬਾਹਰ ਬੁਲਾ ਕੇ ਤੁਸੀਂ ਉਹਨਾਂ ਨੂੰ ਉੱਥੇ ਸੈਪਰੇਸ਼ਨ ਸਪਲਿਟ ਤਾਂ ਬਾਅਦ 'ਚ ਵੀ ਹੋ ਜਾਂਦਾ, ਠੀਕ ਆ। ਤੁਹਾਡੇ ਵਿਚਾਰ ਨਹੀਂ ਮਿਲਦੇ ਤਾਂ ਕੋਈ ਗੱਲ ਨਹੀਂ, ਲੇਕਿਨ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਜੇ ਬਾਹਰ ਪਹੁੰਚ ਗਏ ਤਾਂ ਤੁਸੀਂ ਬਹੁਤ ਬੜੇ ਫੰਨੇ ਖਾਂ ਬਣ ਗਏ ਵੀ ਅਸੀਂ ਸਾਡਾ ਕੀ ਕਰ ਲੂਗਾ, ਮੁੰਡਾ ਜਾਂ ਕੁੜੀ ਸਾਡਾ ਕੀ ਕਰ ਲੂਗਾ, ਅਸੀਂ ਤਾਂ ਉਹ ਇੰਡੀਆ ਬੈਠੇ ਨੇ, ਅਸੀਂ ਤਾਂ ਇੱਥੇ ਆ ਕੇ ਮੌਜਾਂ ਕਰਦੇ ਹਾਂ, ਐਸ਼ ਕਰਦੇ ਹਾਂ। ਇਹ ਨਾ ਸੋਚੋ, ਜਦੋਂ ਫਿਰ ਪੁੱਠਾ ਪੈਂਦਾ ਕੰਮ ਤਾਂ ਫਿਰ ਤੁਹਾਨੂੰ ਬਚਾਉਣ ਵਾਲਾ ਕਿਸੇ ਨੇ ਨਹੀਂ ਹੋਣਾ, ਫਿਰ ਤੋਂ ਡੈਪੂਟੇਸ਼ਨ ਹੀ ਹੋਣੀ ਹੈ, ਠੀਕ ਹੈ। ਮੈਂ ਇਹ ਸਲਾਹ ਦਿੰਦਾ ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਯੰਗ ਜਨਰੇਸ਼ਨ ਆ 20 ਸਾਲ ਤੋਂ ਲੈ ਕੇ 18-19 ਸਾਲ ਤੋਂ ਲੈ ਕੇ 24 ਸਾਲ ਤੱਕ ਕੈਨੇਡਾ, ਆਸਟ੍ਰੇਲੀਆ ਜਾਂ ਕਿਸੇ ਹੋਰ ਕੰਟਰੀਆਂ ਜਾ ਰਹੇ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕਰ ਕੀ ਰਹੇ ਹਾਂ, ਗਲਤੀ ਕਿੱਥੇ ਕਰ ਰਹੇ ਹਾਂ, ਵੀ ਅਸੀਂ ਕਿੱਥੇ ਫਸ ਸਕਦੇ ਹਾਂ। ਪਿਛਲੀਆਂ ਜਿਹੜੀਆਂ ਜ਼ਿੰਦਗੀਆਂ ਨਾਲ ਜੁੜੀਆਂ, ਉਹ ਜਿਵੇਂ ਹੁਣ ਲਾਪਰੀ ਨੇ ਸੁਸਾਈਡ ਕਰ ਲਿਆ, ਹੁਣ ਆ ਵੀਰ ਦੀ ਜ਼ਿੰਦਗੀ ਖਰਾਬ ਹੋ ਗਈ, ਜਸਵਿੰਦਰ ਸਿੰਘ ਮਾਨ ਜੀ ਦੀ ਜ਼ਿੰਦਗੀ ਖਰਾਬ ਹੋ ਗਈ, 40 ਲੱਖ ਰੁਪਏ ਖਰਾਬ ਕਰ ਲਿਆ। ਇੱਕ ਜ਼ਮੀਨ ਜਿਹੜੀ ਖੇਤੀਬਾੜੀ ਕਰਨ ਵਾਲਾ ਬੰਦਾ, ਕਈ ਕਿੱਲੇ ਜ਼ਮੀਨ ਬੰਦਾ ਫੈਕਟਰੀ 'ਚ ਕੰਮ ਕਰ ਰਿਹਾ, ਦੇਖੋ ਕੀ ਹਾਲਤ ਕਰਤੀ, ਉਹ ਅਗਲੀ ਆਸਟ੍ਰੇਲੀਆ 'ਚ ਐਸ਼ ਕਰ ਰਹੀ ਹੈ, ਠੀਕ ਹੈ। ਦੇਖੋ ਕਿੰਨੀ ਬੜੀ ਇਹ ਤਰਾਸਦੀ, ਕਿੰਨੀ ਬੜੀ ਗਲਤ ਗੱਲ ਹੋਈ ਹੈ। ਹੁਣ ਇੱਕ ਘਰ ਰੁਲ ਗਿਆ, ਜਿਵੇਂ ਬੇਅੰਤ ਕੌਰ ਵਾਲਾ ਕੇਸ ਸੀਗਾ, ਲਾਡੀ ਦੀ ਡੈਥ ਹੋ ਗਈ, ਇਹਨਾਂ ਦਾ ਘਰ ਰੁਲ ਗਿਆ, ਇੱਕ ਮੁੰਡਾ ਚਲਾ ਗਿਆ ਇਹਨਾਂ ਦਾ ਜਵਾਨ ਮੁੰਡਾ, ਤੇ ਇਹਨਾਂ ਦੇਖੋ ਪਰਿਵਾਰ ਪਿੱਛੋਂ ਰੁਲ ਜਾਂਦੇ ਨੇ। ਇਦਾਂ ਦੇ ਨਾ ਕੰਮ ਕਰੋ। ਜੇ ਤੁਸੀਂ ਮੈਰਿਜ ਕਰਾਈ ਆ, ਕੁਝ ਵੀ ਆ, ਚਾਹੇ ਕਿਸੇ ਵੀ ਪਰਪਸ ਲਈ ਕਰਾਈ ਆ, ਤੁਸੀਂ ਅਗਲੇ ਨੂੰ ਲੈ ਕੇ ਜਾਓ ਉੱਥੇ, ਬੇਸ਼ੱਕ ਤੁਸੀਂ ਸੈਪਰੇਸ਼ਨ ਲੈ ਲਓ, ਉੱਥੇ ਜਾ ਕੇ ਤੁਹਾਡੇ ਨਹੀਂ ਵਿਚਾਰ ਮਿਲਦੇ ਤਾਂ ਸੈਪਰੇਸ਼ਨ, ਡਾਈਵੋਰਸ ਸਭ ਕੁਝ ਹੋ ਜਾਂਦਾ, ਐਟਲੀਸਟ ਤੁਹਾਨੂੰ ਕਿਸੇ ਦਾ ਘਰ ਬਚ ਜਾਂਦਾ। ਇਹੀ ਮੇਰੀ ਬੇਨਤੀ ਹੈ ਸਭ ਨੂੰ ਵੀ ਇਦਾਂ ਦੇ ਕੰਮ ਨਾ ਕਰੋ। ਸੋ ਇਹ ਸਨ ਅਸ਼ੋਕ ਅਰੋੜਾ ਜੀ, ਜਿਨ੍ਹਾਂ ਨੇ ਕਿ ਇਮੀਗ੍ਰੇਸ਼ਨ ਦੇ ਬਾਰੇ ਕੁਝ ਟਿਪਸ ਵੀ ਦਿੱਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਜੋ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ। ਸੋ ਜਾਂਦੇ ਜਾਂਦੇ ਜਸਵਿੰਦਰ ਸਿੰਘ ਮਾਨ ਜੀ ਤੋਂ ਪੁੱਛਦੇ ਹਾਂ, ਕੀ ਡਿਮਾਂਡ ਕਰਦੇ ਹੋ, ਕੀ ਕਾਰਵਾਈ ਹੋਣੀ ਚਾਹੀਦੀ ਹੈ ਕੁੜੀ ਤੇ ਹੋਰ ਤੁਹਾਡੇ ਵਰਗੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਜੀ ਸਰ, ਇਹੀ ਕਹਿਣਾ ਚਾਹਾਂਗਾ ਕਿ ਜਿੱਦਾਂ ਮੇਰੀ ਲਾਈਫ ਖਰਾਬ ਹੋਈ ਹੈ ਜੀ, ਉਸ ਕੁੜੀ ਨੇ ਮੇਰੇ ਨਾਲ ਫਰਾਡ ਕੀਤਾ ਤਾਂ ਉਸ ਨੂੰ ਵੀ ਰਿਪੋਰਟ ਕੀਤਾ ਜਾਵੇ। ਤਾਂ ਜਿਹੜਾ ਮੁੰਡਾ ਅਮਨ ਹੁਸੈਨ ਸੀਗਾ, ਜਿਸ ਨੇ ਉਹਦੇ ਨਾਲ ਰਲ ਕੇ, ਉਹਨਾਂ ਦਾ ਇੱਕੋ ਜਿਹਾ ਕਸੂਰ ਆ ਉਹਨਾਂ ਦਾ, ਤਾਂ ਇਹਨਾਂ ਨੂੰ ਰਿਪੋਰਟ ਕੀਤਾ ਜਾਵੇ। ਜਗਮੋਹਨ ਸਿੰਘ ਜਿਹਦੇ ਨਾਲ ਹੁਣ ਮੈਰਿਜ ਕੀਤੀ ਹੈ ਜੀ, ਤਾਂ ਪਹਿਲਾਂ 3 ਵਿਆਹ ਨੇ, ਚੌਥਾ ਇਹਦੇ ਨਾਲ ਕਰਵਾਇਆ। ਸਾਈਪ੍ਰਸ ਤੇ ਯੂਕੇ ਤੋਂ ਰਿਪੋਰਟ ਹੋਇਆ ਵਾ, ਉਸ ਦੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਵੇ ਤਾਂ ਮੈਨੂੰ ਇਨਸਾਫ ਦਿੱਤਾ ਜਾਵੇ। ਕਿਉਂਕਿ ਮੇਰੇ ਨਾਲ ਕੋਈ ਡਿਵੋਰਸ ਨਹੀਂ ਲਿਆ ਉਹਨੇ, ਤਾਂ 2 ਬੱਚੇ ਵੀ ਉਹਨਾਂ ਦੇ ਘਰ ਹੋ ਗਏ। ਮੈਂ ਤਾਂ ਵੇਟ ਕਰ ਰਿਹਾ ਸੀਗਾ, ਇੱਥੇ ਆ ਕੇ ਵੀ 2 ਸਾਲ ਵੇਟ ਕੀਤੀ, ਬਿਮਾਰ ਰਿਹਾ ਵੀ ਮੇਰੇ ਨਾਲ ਗੱਲਬਾਤ ਕਰਨਗੇ। ਮੇਰੇ ਮੰਮੀ ਪਾਪਾ ਉਹਨਾਂ ਨਾਲ ਰਾਬਤਾ ਰੱਖਦੇ ਸੀਗੇ ਵੀ ਸਾਡੇ ਨਾਲ ਰਿਲੇਸ਼ਨ ਬਣਾਉਣਗੇ, ਕਿਉਂਕਿ ਡਿਵੋਰਸ ਨਹੀਂ ਹੋਇਆ। ਤਾਂ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਸੀਗੀ। ਤਾਂ ਜਦ ਸਾਨੂੰ ਪਤਾ ਲੱਗਦਾ ਕਿ ਉਹਨੇ ਮੈਰਿਜ ਕਰਵਾ ਲਈ, ਬੱਚੇ ਵੀ ਹੋ ਗਏ, ਤਾਂ ਡਿਵੋਰਸ ਲਿਆ ਨਹੀਂ। ਫਿਰ ਉਸ ਤੋਂ ਬਾਅਦ ਮੈਂ ਆਪਣਾ ਸਟੈਪ ਚੁੱਕਿਆ ਜੀ। ਹੁਣ ਸਾਰੀ ਮਤਲਬ ਵੀ ਵੀਰਾਂ ਨੂੰ, ਭੈਣਾਂ ਨੂੰ ਇਹ ਬੇਨਤੀ ਕਰਦਾ ਕਿ ਇੱਦਾਂ ਦੀ ਧੋਖਾਧੜੀ ਤੋਂ ਬਚੋ ਪਲੀਜ਼। ਮੈਂ ਤਾਂ, ਮੇਰੇ ਨਾਲ ਤਾਂ ਜੋ ਕੁਝ ਹੋਣਾ ਸੀ ਉਹ ਹੋ ਚੁੱਕਿਆ। ਲਵਪ੍ਰੀਤ ਲਾਡੀ ਵੀਰੇ ਨੇ ਖੁਦਕੁਸ਼ੀ ਕਰ ਲਈ, ਤਾਂ ਅੱਗੇ ਤੋਂ ਸਿਆਣੇ ਬਣੋ, ਇੱਦਾਂ ਦੇ ਧੋਖਾਧੜੀ ਵਾਲੇ ਤੇ ਮਾਮਲਿਆਂ ਤੋਂ ਬਚੋ। ਪਹਿਲਾਂ ਪੂਰੀ ਜਾਂਚ ਕਰੋ, ਕੁੜੀ ਨੂੰ ਵੇਖੋ, ਚਾਹੇ ਮੁੰਡਾ ਤਾਂ ਉਹ ਕੁੜੀ ਨੂੰ ਦੇਖੇ, ਕੁੜੀ ਆ ਮੁੰਡੇ ਨੂੰ ਪੂਰਾ ਚੰਗੀ ਤਰ੍ਹਾਂ ਸਮਝੇ, ਉਹਨਾਂ ਦੇ ਪਰਿਵਾਰ ਨੂੰ ਦੇਖੇ। ਕਿਉਂਕਿ ਮੈਨੂੰ ਸਾਰੇ ਝੂਠ ਬੋਲੇ ਗਏ ਨੇ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਮੇਰੇ ਸਹੁਰਾ ਪਰਿਵਾਰ ਹੈ, ਮੇਰੀ ਜੋ ਸੱਸ ਸੀਗੀ ਮਨਪ੍ਰੀਤ ਕੌਰ ਉਰਫ ਕੇਸ਼ ਰਾਣੀ, ਇੱਕ ਪੰਡਤਾਂ ਦੀ ਕੁੜੀ ਸੀ। ਸਹੁਰਾ ਮੇਰਾ ਜ਼ਿਮੀਂਦਾਰਾਂ ਦਾ ਮੁੰਡਾ ਬਣਦਾ ਸੀ, ਕੁਲਦੀਪ ਸਿੰਘ ਭੁੱਲਰ, ਪਰ ਉਹ ਇੱਕ ਝੌਰਾਂ ਦਾ ਮੁੰਡਾ ਸੀਗਾ। ਮੈਨੂੰ ਸਾਰੇ ਝੂਠ ਬੋਲੇ ਗਏ ਸੀ, ਤਾਂ ਬਾਅਦ ਵਿੱਚ ਪਤਾ ਲੱਗਦਾ ਇਹਨਾਂ ਗੱਲਾਂ।
ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਕੇਸ ਦੇ ਵਿੱਚ ਸ਼ੁਰੂਆਤ ਤੋਂ ਹੀ ਜਿਹੜੀ ਰਿਸ਼ਤੇ ਦੀ ਨੀਂਹ ਸੀ ਉਹ ਇੱਕ ਝੂਠ ਤੇ ਟਿਕੀ ਹੋਈ ਸੀ। ਅੱਗੇ ਜਾ ਕੇ ਕਿਹੜੇ ਧੋਖੇ ਹੋਏ। ਇੱਕ ਨੌਜਵਾਨ ਜੋ ਕਿ 5 ਕਿੱਲੇ ਜ਼ਮੀਨ ਦਾ ਮਾਲਕ ਸੀ, ਜੋ ਕਿ ਦੁਬਈ ਆਪਣਾ ਵਧੀਆ ਕਮਾਈ ਕਰਕੇ ਵਾਪਸ ਆਇਆ ਸੀ, ਅੱਜ ਫੈਕਟਰੀਆਂ ਦੇ ਵਿੱਚ ਕਹਿ ਸਕਦੇ ਆ ਦਿਹਾੜੀ ਕਰ ਰਿਹਾ ਹੈ, ਸਿਰਫ ਇੱਕ ਉਹ ਕੁੜੀ ਦੀ ਬਦੌਲਤ ਜਿਸ ਨੇ ਕਿ ਇਸ ਦੀ ਜ਼ਿੰਦਗੀ ਕਹਿ ਸਕਦੇ ਆ ਬਰਬਾਦ ਕਰਕੇ ਰੱਖ ਦਿੱਤੀ ਹੈ। ਸੋ ਉਹਨਾਂ ਲੋਕਾਂ ਨੂੰ ਵੀ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਜੋ ਇਸ ਤਰ੍ਹਾਂ ਦੇ ਰਿਸ਼ਤਿਆਂ ਦੇ ਵਿੱਚ ਅੱਗੇ ਪੈਣ ਵਾਲੇ ਨੇ, ਤੇ ਉਹਨਾਂ ਲੋਕਾਂ ਨੂੰ ਵੀ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਜੋ ਕਿ ਇਸ ਤਰ੍ਹਾਂ ਦੇ ਧੋਖੇ ਕਰਨ ਬਾਰੇ ਕਿਸੇ ਨਾਲ ਸੋਚ ਰਹੇ ਨੇ, ਕਿਉਂਕਿ ਪੈਸਾ ਸਭ ਕੁਝ ਨਹੀਂ ਹੁੰਦਾ। ਜਿਵੇਂ ਕਿ ਸਿਆਣੇ ਕਹਿੰਦੇ ਨੇ ਕਿ ਜੋ ਤੁਹਾਡੇ ਕਰਮ ਨੇ ਉਹੀ ਨਾਲ ਜਾਣੇ ਨੇ, ਧਨ ਦੌਲਤ ਸਾਰਾ ਕੁਝ ਇੱਥੇ ਰਹਿ ਜਾਣਾ ਹੈ। ਸੋ ਇਹ ਥੋੜੇ ਸਮੇਂ ਦੀ ਚਾਂਦਣੀ ਹੁੰਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚੋ, ਕਿਸੇ ਦੀ ਜ਼ਿੰਦਗੀ ਨਾ ਬਰਬਾਦ ਕਰੋ। ਸੋ ਦੋਸਤੋ, ਇਸ ਦੇ ਨਾਲ ਹੀ ਅੱਜ ਦੇ ਅਪਡੇਟ ਵਿੱਚ ਫਿਲਹਾਲ ਇੰਨਾ ਹੀ। ਮਿਲਦੇ ਹਾਂ ਜਲਦ ਹੋਰ ਤਾਜ਼ਾ ਖਬਰ ਦੇ ਨਾਲ। ਉਨੇ ਸਮੇਂ ਤੱਕ ਲਈ ਤੁਸੀਂ ਬਣੇ ਰਹੋ ਲਿਮਟਿਡ ਗਿਆਨ ਤੇ ਇੱਥੇ ਮੈਨੂੰ ਜਾਣ ਕੇ ਕੁਲਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।